ਕੈਨੇਡਾ ਦੇ ਦਰਸ਼ਕਾਂ ਤੇ ਸਰੋਤਿਆਂ ਨੂੰ ਸੁਭਾਸ਼ ਸ਼ਰਮਾ ਦਾ ਨਮਸਕਾਰ, ਆਦਾਬ ਤੇ ਸਤਿ ਸ੍ਰੀ ਅਕਾਲ। ਅੱਜ ਹਾਜ਼ਰ ਹੋਏ ਹਾਂ ਅਸੀਂ ਅੱਜ ਦੇ ਮੁੱਦੇ ਪ੍ਰੋਗਰਾਮ ਲੈ ਕੇ, ਔਰ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਨੇ ਸਰਦਾਰ ਇੰਦਰਦੀਪ ਸਿੰਘ ਜੀ। ਸਤਿ ਸ਼੍ਰੀ ਅਕਾਲ। ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ ਜੀ। ਜਿਸ ਤਰ੍ਹਾਂ ਕਿ ਸਾਰਿਆਂ ਨੂੰ ਪਤਾ ਕਿ ਸੰਸਾਰ ਦੇ ਵਿੱਚ ਅਮਰੀਕਾ 'ਚ ਇਲੈਕਸ਼ਨ ਹੋਣੀ ਜਾ ਰਹੀ ਹੈ ਨਵੰਬਰ ਦੇ ਮਹੀਨੇ 'ਚ, ਔਰ ਜਿਹੜੇ ਵਰਤਮਾਨ ਪ੍ਰਧਾਨ ਜਿਹੜੇ ਨੇ ਉੱਥੋਂ ਦੇ ਪ੍ਰੈਜ਼ੀਡੈਂਟ ਨੇ ਮਿਸਟਰ ਟਰੰਪ, ਅਤੇ ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਵੱਲੋਂ ਕੈਂਡੀਡੇਟ ਨੇ ਮਿਸਟਰ ਬਾਈਡਨ, ਉਹਨਾਂ ਦੇ ਵਿਚਕਾਰ ਇੱਕ ਡਿਸਕਸ਼ਨ ਹੁੰਦੀ, ਕਿਉਂਕਿ ਉੱਥੋਂ ਦੀ ਪਰੰਪਰਾ ਆ ਕਿ ਜਦੋਂ ਵੀ ਇਲੈਕਸ਼ਨ ਹੁੰਦੀ ਹੈ ਇੱਕ ਜੁਆਇੰਟਲੀ ਉੱਥੇ ਇੱਕ ਸਟੇਜ 'ਤੇ ਕਾਨਫਰੰਸ ਕਰਾਈ ਜਾਂਦੀ, ਸਵਾਲ ਜਵਾਬ ਕੀਤੇ ਜਾਂਦੇ ਨੇ, ਔਰ ਉਹ ਆਪਣੀ ਆਪਣੀ ਪਾਰਟੀ ਦਾ ਪ੍ਰੋਗਰਾਮ ਦਿੰਦੇ ਨੇ। ਇੰਟਰੋਡਕਸ਼ਰੀ ਇਹਨੂੰ ਕਹਿ ਸਕਦੇ ਵੀ ਆਪਣੀ ਆਪਣੀ ਇੰਟਰੋਡਕਸ਼ਨ ਦਿੰਦੇ ਨੇ ਉਹ ਪਾਰਟੀ ਦੇ ਕੈਂਡੀਡੇਟਸ। ਜਿਹੜੇ ਵਰਤਮਾਨ ਪ੍ਰੈਜ਼ੀਡੈਂਟ ਹੁੰਦੇ ਨੇ ਉਹ ਆਪਣੇ ਪਹਿਲਾਂ ਦੇ ਪ੍ਰੋਗਰਾਮਾਂ ਨੂੰ ਦੱਸਦੇ ਨੇ ਮੈਂ ਕੀ ਕੀਤਾ, ਅਤੇ ਜਿਹੜਾ ਆਉਣ ਵਾਲਾ ਜਾਂ ਕੰਟੈਸਟੈਂਟ ਪ੍ਰੈਜ਼ੀਡੈਂਟ ਆ ਉਹ ਦੱਸਦਾ ਕਿ ਮੈਂ ਕੀ ਕਰਾਂਗਾ। ਲੇਕਿਨ ਐਤਕੀ ਵੇਖਣ 'ਚ ਆਇਆ ਕਿ ਜਿਹੜਾ ਮੁਲਕ ਸੰਸਾਰ ਨੂੰ ਸੇਧ ਦਿੰਦਾ ਸੀ ਔਰ ਜਿਹਨੇ ਬੜੀਆਂ ਹੀ ਕ੍ਰਾਂਤੀਕਾਰੀ ਸਟੈਪ ਲਏ, ਔਰ ਉੱਥੋਂ ਦੇ ਬੜੇ ਬੜੇ ਮਹਾਨ ਸਟੇਟਸਮੈਨ ਹੋਏ ਨੇ, ਲਿੰਕਨ ਵਰਗੇ, ਔਰ ਕਈ ਤਰ੍ਹਾਂ ਉਹਨਾਂ ਦੇ ਡਿਵੈਲਪਮੈਂਟ ਕੀਤੀ ਔਰ ਸੰਸਾਰ ਨੂੰ ਇੰਡਸਟਰੀਲਾਈਜੇਸ਼ਨ ਦੇ ਵਿੱਚ ਔਰ ਹਿਊਮਨ ਰਾਈਟਸ ਦੀ ਪ੍ਰੋਟੈਕਸ਼ਨ 'ਚ ਵਿਥੋ ਦਿੱਤੀ ਉਹਨਾਂ ਨੇ। ਲੇਕਿਨ ਵੇਖਣ 'ਚ ਆਇਆ ਕਿ ਉਸ ਦਿਨ ਦੀ ਜਿਹੜੀ ਡਿਸਕਸ਼ਨ ਦਾ ਮਿਆਰ ਸੀ ਉਹ ਬੜਾ ਅਜੀਬੋ ਗਰੀਬ ਜਿਹਾ ਸੀ। ਅਸੀਂ ਜਾਣਨਾ ਚਾਹਾਂਗੇ ਸਰਦਾਰ ਇੰਦਰਦੀਪ ਸਿੰਘ ਹੋਰਾਂ ਕੋਲੋਂ ਕਿ ਇਹ ਕੀ ਐਡੀ ਵੱਡੀ ਡੈਮੋਕ੍ਰੇਸੀ ਸੰਸਾਰ ਦੀ, ਔਰ ਲੋਕਾਂ ਦੇ ਜਿਹੜੇ ਨੁਮਾਇੰਦੇ ਨੇ ਔਰ ਜਿਨ੍ਹਾਂ ਨੇ ਐਡੇ ਵੱਡੇ ਮੁਲਕ ਨੂੰ ਰਿਪਰੈਜ਼ੈਂਟ ਕਰਨਾ ਔਰ ਰਾਜ ਕਰਨਾ ਹੈ ਔਰ ਸੰਸਾਰ ਦੀ ਸੁਪਰ ਪਾਵਰ ਹੈ, ਇਹਨਾਂ ਦਾ ਕੀ ਸਟੈਂਡ ਆ, ਕੀ ਇਹਨਾਂ ਦੀ ਪਰਸਨੈਲਿਟੀ ਹੈ ਔਰ ਕੀ ਮਾਈਂਡ ਸੈਟ ਆ, ਇਹ ਕਿਹੋ ਜਿਹੀਆਂ ਹੋਸ਼ੀਆਂ ਹਰਕਤਾਂ ਜਿਹੜੀਆਂ ਕਿ ਲੋਕਾਂ ਨੂੰ ਨਹੀਂ ਪਸੰਦ ਉਹ ਕਰ ਰਹੇ ਨੇ, ਇਹਦੇ ਬਾਰੇ ਕੋਈ ਦੱਸੋ। ਸ਼ਰਮਾ ਜੀ, ਪਿੱਛੇ ਜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਅਤੇ ਜੋ ਬਾਈਡਨ ਜਿਹੜੇ ਉਹਨਾਂ ਦੇ ਪਹਿਲਾਂ ਰਹਿ ਚੁੱਕੇ ਵਾਈਸ ਪ੍ਰੈਜ਼ੀਡੈਂਟ ਆ, ਹੁਣ ਜਿਹੜੇ ਹੈਗੇ ਆ ਉਹ ਉਹਨਾਂ ਦੇ ਅਗੇਂਸਟ ਜਿਹੜੇ ਹੈਗੇ ਆ ਡੈਮੋਕ੍ਰੈਟਿਕ ਪਾਰਟੀ ਵੱਲੋਂ ਇੱਕ ਨਾਮਜ਼ਦ ਉਮੀਦਵਾਰ ਹੈ। ਠੀਕ ਹੈ। ਇਹਨਾਂ ਦੀ ਇੱਕ ਡਿਸਕਸ਼ਨ ਹੋ ਰਹੀ ਸੀ, ਜਿੱਦਾਂ ਕਿ ਉੱਥੇ ਪ੍ਰਥਾ ਹੈਗੀ ਹੈ ਕਿ ਅਪ ਟੂ ਦਾ ਇਲੈਕਸ਼ਨ ਜਿਹੜੀਆਂ ਹੈਗੀਆਂ ਕਾਫੀ ਜਿਹੜੀਆਂ ਪਬਲਿਕ ਡਿਸਕਸ਼ਨਸ ਕੀਤੀਆਂ ਜਾਂਦੀਆਂ, ਪ੍ਰੈਜ਼ੀਡੈਂਟ ਦੇ ਲੈਵਲ 'ਤੇ ਵੀ, ਜਿਹੜੇ ਪ੍ਰੈਜ਼ੀਡੈਂਟ ਦੇ ਕੈਂਡੀਡੇਟਸ ਹੁੰਦੇ ਆ ਉਹਨਾਂ ਦੇ ਲੈਵਲ 'ਤੇ ਵੀ, ਅਤੇ ਵਾਈਸ ਪ੍ਰੈਜ਼ੀਡੈਂਟ ਦੇ ਲੈਵਲ ਦੇ ਉੱਤੇ ਵੀ। ਦੇਖਣ ਵਿੱਚ ਆਇਆ ਕਿ ਬਹੁਤ ਐਕਸਪੈਕਟ ਕੀਤਾ ਜਾਂਦਾ ਸੀ ਕਿ ਇਸ ਲੈਵਲ ਦੀ ਡਿਸਕਸ਼ਨ ਹੋ ਰਹੀ ਹੈ ਤਾਂ ਬਹੁਤ ਸੀਰੀਅਸ ਲੈਵਲ ਦੀ ਡਿਸਕਸ਼ਨ ਹੋਏਗੀ ਔਰ ਬੜੇ ਅੱਛੇ ਜਿਹੜੇ ਹੈਗੇ ਆ ਜਾਣਕਾਰੀ ਦਿੱਤੀ ਜਾਏਗੀ, ਜਿਹਦੇ ਬੇਸ ਦੇ ਉੱਤੇ ਕਿ ਲੋਕ ਜਿਹੜੇ ਹੈ ਕੋਈ ਡਿਸੀਜ਼ਨ ਲੈ ਸਕਣ। ਬਟ ਅਨਫੋਰਚੂਨੇਟਲੀ ਜਿਹੜਾ ਡਿਸਕਸ਼ਨ ਦਾ ਲੈਵਲ ਸੀ ਉਹ ਬਹੁਤ ਹੀ ਨੀਵੇਂ ਪੱਧਰ 'ਤੇ ਚਲਾ ਗਿਆ ਸੀ। ਇੰਨੇ ਨੀਵੇਂ ਪੱਧਰ 'ਤੇ ਚਲਾ ਗਿਆ ਸੀ ਕਿ ਜੇ ਮੈਂ ਤੁਹਾਨੂੰ ਇਹ ਗੱਲ ਤੁਹਾਡੇ ਨਾਲ ਸ਼ੇਅਰ ਕਰਾਂ ਤਾਂ ਤੁਹਾਨੂੰ ਬਹੁਤ ਹੈਰਾਨੀ ਹੋਏਗੀ ਕਿ ਜਦੋਂ ਡਿਸਕਸ਼ਨ ਚੱਲ ਰਹੀ ਸੀ, ਠੀਕ ਹੈ, ਉਸ ਵਕਤ ਬਹੁਤ ਸਾਰੇ ਅਮਰੀਕਨ ਸਿਟੀਜ਼ਨਸ ਨੇ ਜਿਹੜੀ ਕੈਨੇਡੀਅਨ ਇਮੀਗ੍ਰੇਸ਼ਨ ਦੀ ਸਾਈਟ ਹੈਗੀ ਆ ਉਸ ਨੂੰ ਵਿਜ਼ਿਟ ਕੀਤਾ, ਇਹ ਜਾਣਨ ਦੇ ਲਈ ਕਿ ਕੀ ਅਸੀਂ ਅਮਰੀਕਾ ਦੀ ਸਿਟੀਜ਼ਨਸ਼ਿਪ ਛੱਡ ਕੇ ਕੈਨੇਡਾ ਦੇ ਵਿੱਚ ਆ ਸਕਦੇ ਹਾਂ। ਇਹ ਗਾਰਡੀਅਨ ਦੀ ਨਿਊਜ਼ ਵੀ ਬਹੁਤ ਤਗੜੀ, ਇਹ ਗਾਰਡੀਅਨ ਦੀ ਨਿਊਜ਼ ਵੀ ਹੈ ਕਿ ਕਿਸ ਤਰੀਕੇ ਨਾਲ ਜਿਹੜਾ ਹੈਗਾ ਅਸੀਂ ਅਮਰੀਕਾ ਤੋਂ ਛੱਡ ਕੇ ਕੈਨੇਡਾ ਦੇ ਵਿੱਚ ਸੈਟਲ ਹੋ ਸਕੀਏ। ਉੱਥੋਂ ਤੁਸੀਂ ਇਮੈਜਿਨ ਕਰੋ ਕਿ ਇਹ ਨਹੀਂ ਹੈ ਕਿ ਅਸੀਂ ਉਹ ਸੁਣ ਕੇ ਸਾਡਾ ਮਨ ਖਰਾਬ ਹੋਇਆ, ਜਿਹੜੇ ਉੱਥੋਂ ਦੇ ਸਿਟੀਜ਼ਨਸ ਹੈਗੇ ਆ ਅਮਰੀਕਾ ਦੇ, ਉਹਨਾਂ ਦੇ ਮਨ ਵਿੱਚ ਵੀ ਤਕਰੀਬਨ ਸਿਮਿਲਰ ਲਾਈਨਸ ਦੇ ਉੱਤੇ ਇਹ ਜਿਹੜੀ ਭਾਵਨਾ ਹੈਗੀ ਆ ਆਈ ਕਿ ਇਹ ਹੁਣ ਜਿਹੜਾ ਕੰਟਰੀ ਹੈ ਇਹ ਸਾਡੇ ਰਹਿਣ ਜੋਗਾ ਨਹੀਂ ਰਿਹਾ। ਜਿਹੜੇ ਪੀਸਫੁਲ ਲੋਕ ਨੇ ਜਾਂ ਪ੍ਰੈਸਫੁਲ ਨੇਚਰ ਦੇ ਲੋਕ ਨੇ, ਕਿਉਂਕਿ ਜਦੋਂ ਅਸੀਂ ਉਹਨਾਂ ਦੀ ਡਿਸਕਸ਼ਨ ਸੁਣ ਰਹੇ ਸੀ, ਦੇਖੋ ਹੁਣ ਫੋਰ ਐਗਜ਼ਾਮਪਲ ਕੋਈ ਇਸ਼ੂ ਚੱਲ ਰਿਹਾ ਹੈਗਾ ਕਿ ਜੀ ਜਿਹੜਾ ਕਲਾਈਮੇਟ ਚੇਂਜਸ ਦੇ ਨਾਲ ਸਾਡੇ ਹੜ੍ਹ ਆ ਰਹੇ ਹੈਗੇ ਆ, ਫਲੱਡਸ ਆ ਰਹੇ ਹੈਗੇ ਆ, ਹਰੀਕੇਨਸ ਆ ਰਹੇ ਹੈਗੇ ਆ, ਵਾਈਲਡ ਫਾਇਰਸ ਜਿਹੜੀਆਂ ਹੈਗੀਆਂ, ਜੰਗਲਾਂ ਜਿਹੜੀਆਂ ਅੱਗ ਲੱਗੀ ਪਈ ਹੈ, ਇਹ ਇਸ਼ੂਜ਼ ਰੇਜ਼ ਕੀਤੇ ਗਏ। ਪਰ ਇਹਦੇ ਜਵਾਬ ਵਿੱਚ ਜੋ ਕਿ ਸਾਨੂੰ ਡਿਸਕਸ਼ਨ ਵਿੱਚ ਪਤਾ ਲੱਗਿਆ ਉਹ ਬੜਾ ਹੀ ਨੀਵੇਂ ਪੱਧਰ ਦਾ ਸੀ। ਜਿੱਦਾਂ ਹੁਣ ਇਹ ਕਹਿਣਾ ਕਿ ਜਿਹੜੇ ਫੋਰੈਸਟ ਹੈਗੇ ਆ ਉਹਨਾਂ ਵਿੱਚ ਜਿਹੜੀ ਫਾਇਰ ਲੱਗੀ ਹੈ ਉਹਦਾ ਜਿਹੜਾ ਮੇਨ ਕਾਰਨ ਹੈਗਾ ਕਿ ਫੋਰੈਸਟ ਦੀ ਜਿਹੜੀ ਮੈਨੇਜਮੈਂਟ ਹੈ ਉਹ ਢਿੱਲੀ ਹੈ। ਜਦੋਂ ਕਿ ਸਾਰਿਆਂ ਨੂੰ ਪਤਾ ਹੈਗਾ ਕਿ ਜਿਹੜੀ ਫਾਇਰ ਹੈ ਇਕੱਲੀ ਅਮਰੀਕਾ 'ਚ ਨਹੀਂ ਲੱਗ ਰਹੀ, ਇਹ ਆਸਟ੍ਰੇਲੀਆ 'ਚ ਵੀ ਲੱਗ ਰਹੀ ਹੈ, ਬ੍ਰਾਜ਼ੀਲ 'ਚ ਵੀ ਲੱਗ ਰਹੀ ਹੈ, ਹੋਰ ਵੀ ਕੰਟਰੀਜ਼ ਦੇ ਵਿੱਚ ਲੱਗ ਰਹੀ ਹੈ। ਔਰ ਇਹ ਜਿੱਦਾਂ ਕਿ ਸਾਇੰਟਿਸਟ ਆਲਰੇਡੀ ਅਪਰੂਵ ਕਰ ਚੁੱਕੇ ਹੈਗੇ ਆ ਕਿ ਇਹਦਾ ਕਾਰਨ ਜਿਹੜਾ ਹੈਗਾ ਉਹ
ਜਿਹੜੀ ਕਲਾਈਮੇਟ ਦੇ ਵਿੱਚ ਜਿਹੜੀ ਆਪਣੀ ਜਿਹਨੂੰ ਕਹਿੰਦੇ Changes ਆ ਵਾਰਮਿੰਗ ਰਹੀਆਂ। ਵਾਰਮਿੰਗ ਜਿਹੜੀ Warming ਜਿਹਨੂੰ changes ਕਲਾਈਮੇਟ ਵਾਰਮਿੰਗ ਕਹਿੰਦੇ ਆ, ਗਲੋਬਲ ਵਾਰਮਿੰਗ ਜਿਹਨੂੰ Global ਕਹਿੰਦੇ ਆ, warming ਜਿਹਨੂੰ ਕਹਿੰਦੇ ਆਪਾਂ। ਉਹ ਬੇਸਿਕਲੀ ਉਹ ਕਾਰਨ ਹੈ। ਸੋ ਯੂ ਕੈਨ ਇਮੇਜਿਨ ਕਿ ਕਿਸ ਲੈਵਲ ਦੀ ਡਿਸਕਸ਼ਨ ਹੋ ਰਹੀ ਹੈ। ਇਸੇ ਤਰੀਕੇ ਨਾਲ ਜਿਹੜੀ ਕੋਵਿਡ ਸਿਚੁਏਸ਼ਨ ਨੂੰ ਹੈਂਡਲ ਕਰਨ ਲਈ ਜਿਹੜੀ ਦੂਸ਼ਣਬਾਜ਼ੀ ਕੀਤੀ ਗਈ, ਉਹਦੇ ਵਿੱਚ ਪ੍ਰੈਜ਼ੀਡੈਂਟ ਵੱਲੋਂ ਇਹ ਕਹਿ ਕੇ ਸਾਰੀ ਗੱਲ ਦਾ ਪੱਲਾ ਛੁਡਾ ਲੈਣਾ ਕਿ ਇਹ ਸਾਰਾ ਕੁਝ ਦੇ ਲਈ ਚਾਈਨਾ ਜ਼ਿੰਮੇਵਾਰ ਹੈ, ਉਹ ਵੀ ਕੋਈ ਗੱਲ ਅੱਛੇ ਪਰਸਪੈਕਟਿਵ 'ਚ ਨਹੀਂ ਲਈ ਗਈ। ਬਿਲਕੁਲ ਠੀਕ। ਕਿਉਂਕਿ ਜੇ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਭਾਵੇਂ ਉਹਦਾ origin ਚਾਈਨਾ ਤੋਂ ਹੋਇਆ, ਪਰ ਜਦੋਂ ਕੋਈ ਮੁਸੀਬਤ ਤੁਹਾਡੇ ਘਰ ਆ ਗਈ ਥੋੜੀ ਹੈ, ਜਗ੍ਹਾ ਰੀਜਨ ਚਾਈਨਾ ਦਾ ਹੀ ਹੋਇਆ, ਅਜੇ ਉਹਦੇ ਬਾਰੇ ਵੀ ਕੋਈ ਸਬੂਤ ਨਹੀਂ ਹੈ, ਅਜੇ ਤੱਕ ਉਹ ਵੀ ਸਬੂਤ ਨਹੀਂ ਹੈ। ਬਿਲਕੁਲ ਠੀਕ। ਤੇ ਇਸ ਕਰਕੇ ਇਹ ਕਹਿਣਾ ਕਿ ਜੀ ਚਾਈਨਾ ਤੋਂ ਆ ਗਿਆ, ਕਿਉਂਕਿ ਚਾਈਨਾ ਤੋਂ ਆ ਗਿਆ, ਇਸ ਕਰਕੇ ਦੇਖੋ ਜੇ ਆ ਗਈ ਕੋਈ ਚੀਜ਼, ਜੇ ਘਰ ਤੁਹਾਡੇ ਮੁਸੀਬਤ ਆ ਗਈ, ਤਾਂ ਤੁਹਾਡੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਤੁਸੀਂ ਕਿੰਨੀ ਸਮਝ ਦੇ ਨਾਲ, ਕਿੰਨੀ ਐਫੀਸ਼ੀਐਂਟਲੀ ਉਹ ਜਿਹੜੀ ਮੁਸੀਬਤ ਹੈ ਉਸ ਤੋਂ ਆਪਣਾ ਬਚਾਅ ਕਰਦੇ ਹੋ। ਕਿ ਮੋਸਟ ਐਡਵਾਂਸ ਕੰਟਰੀ ਹੈ, ਮੋਸਟ ਐਡਵਾਂਸ ਕੰਟਰੀ ਹੈ। ਸੋ ਜਿਹੜੇ ਉੱਥੇ ਮੈਨੂੰ ਬੜੀ ਖੁਸ਼ੀ ਹੈ ਕਿ ਜਿਹੜੇ ਉੱਥੇ ਕ੍ਰਿਸ ਵਾਲਿਸ ਹੈਗੇ ਸੀ, ਜਿਹੜੇ ਫੌਕਸ ਜਿਹੜਾ ਆਪਣਾ ਟੀਵੀ ਚੈਨਲ ਹੈ ਉਹਦੇ ਐਂਕਰ ਸੀ, ਉਹ ਉਸ ਨੂੰ ਕੰਡਕਟ ਕਰਾ ਰਹੇ ਸੀ। ਤੇ ਕਈ ਵਾਰ ਮੈਨੂੰ ਇਹ ਵੀ ਫੀਲ ਹੁੰਦਾ ਸੀ ਵੀ ਉਹਨਾਂ ਦੇ ਵੀ ਹੱਥ ਖੜੇ ਹੋ ਗਏ। ਹਾਂ, ਕਿਉਂਕਿ ਇੱਕ ਤਾਂ ਹੈ ਕਿ ਇੱਕ ਦੂਜੇ ਦੇ ਗੱਲ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ, ਬਿੱਲੀਆਂ ਲੜਾਈ ਵਾਂਗ ਲੜਦੇ ਪਏ। ਔਰ ਹਾਲਾਂਕਿ ਉਹਨਾਂ ਨੂੰ ਇੱਕ ਫਿਕਸ ਟਾਈਮ ਦਿੱਤਾ ਗਿਆ ਸੀ, ਫਿਕਸ ਸਲੋਟ ਦਿੱਤਾ ਗਿਆ ਸੀ ਤੁਸੀਂ ਇਸ ਪੀਰੀਅਡ ਦੌਰਾਨ ਹੀ ਸਾਰੀ ਗੱਲ ਕਰਨੀ ਹੈ, ਪਰ ਇਹਦੇ ਬਾਵਜੂਦ ਵੀ ਉਹ ਇੱਕ ਦੂਜੇ ਨੂੰ ਕੱਟਣ ਦੀ ਕੋਸ਼ਿਸ਼ ਕਰਦੇ ਸੀ। ਔਰ ਜਿਹੜਾ ਮਿਸਟਰ ਵਾਲਿਸ ਸੀ, ਕ੍ਰਿਸ ਵਾਲਿਸ ਸੀ, ਉਹ ਬੜੇ ਹੈਲਪਲੈਸ ਫੀਲ ਕਰ ਰਹੇ ਸੀ ਕਿ ਯਾਰ ਇਹ ਕਿਸ ਤਰ੍ਹਾਂ ਦੀ ਡਿਸਕਸ਼ਨ ਚੱਲ ਰਹੀ ਹੈ। ਔਰ ਮੇਰਾ ਖਿਆਲ ਹੈ ਕਿ ਜਿਸ ਤਰ੍ਹਾਂ ਦੀ ਮੈਂ ਡਿਸਕਸ਼ਨ ਸੁਣੀ ਹੈ, ਲੱਗਦਾ ਕਿ ਅਮਰੀਕਾ ਦੇ ਪੱਧਰ ਉੱਤੇ ਕੁਛ ਨਾ ਕੁਛ ਇਹਦੇ ਵਿੱਚ ਚੇਂਜਸ ਲੈ ਕੇ ਆਉਣਗੇ, ਤਾਂ ਕਿ ਫਿਊਚਰ ਦੇ ਵਿੱਚ ਜਿਹੜਾ ਇਹ ਜਿਹੜਾ ਇੱਕ ਬੈਡ ਇਮੇਜ ਦਿੱਤਾ ਗਿਆ ਹੈਗਾ, ਉਸ ਨੂੰ ਕਿਸ ਤਰੀਕੇ ਨਾਲ ਸੁਧਾਰਿਆ ਜਾਏ। ਹੁਣ ਇਹਦੇ ਵਿੱਚ ਆ ਗੱਲਾਂ ਦੋ ਨਿਕਲ ਕੇ ਆਉਂਦੀਆਂ ਤੁਹਾਡੀ ਗੱਲਾਂ ਚੋਂ। ਦੋ ਗੱਲਾਂ ਨਿਕਲ ਵੀ ਜਿਹੜਾ ਮੁਲਕ ਰੇਸਿਜ਼ਮ ਦੇ ਖਿਲਾਫ ਲੜਿਆ, ਹਾਂਜੀ ਹਾਂਜੀ, ਇੰਨੀ ਸਿਵਲ ਵਾਰ ਉੱਥੇ ਲੜਾਈ ਹੋਈ, ਵਾਰ ਹੋਈ ਅਮਰੀਕਾ ਵਿੱਚ, ਔਰ ਜਿਹੜੇ ਕਿੰਗ ਮਾਰਟਨ ਲੂਥਰਨ ਸਨ ਉਹ ਸ਼ਹੀਦ ਵੀ ਹੋਏ ਇਸ ਕੰਮ ਵਾਸਤੇ। ਔਰ ਅੱਜ ਤੋਂ ਇਸ ਤਰ੍ਹਾਂ ਆਪਣਾ ਪਹਿਲਾਂ ਤੇ ਮਾਫੀ ਮੰਗਦੇ ਆਪਾਂ ਵੀ ਮਹਾਤਮਾ ਗਾਂਧੀ ਨੂੰ ਅਸੀਂ ਭੁੱਲ ਗਏ, ਅੱਜ ਜਨਮ ਦਿਨ ਤੁਹਾਨੂੰ ਪਤਾ ਉਹਨਾਂ ਦਾ ਜਨਮ ਹੈ, ਮਹਾਤਮਾ ਗਾਂਧੀ ਜੀ ਦਾ ਫਿਰ ਲਾਲ ਬਹਾਦਰ ਸ਼ਾਸਤਰੀ ਦਾ ਜਨਮ ਦਿਨ ਹੈ। ਔਰ ਮਹਾਤਮਾ ਗਾਂਧੀ ਉਹ ਸ਼ਖਸੀਅਤ ਹੈ ਜਿਹਨੇ ਨੌਨ ਵਾਇਲੈਂਸ ਮੂਵਮੈਂਟ ਦਿੱਤੀ, ਵੀ ਜਿਹੜੇ ਅਪਲਿਫਟਿੰਗ ਜਿਹੜੀ ਲੋਕ ਡਾਊਨ ਟ੍ਰੋਡਨ ਲੋਕ ਸਨ ਉਹਨਾਂ ਵਾਸਤੇ ਵੀ ਉਹਨਾਂ ਨੇ ਲੜਾਈ ਲੜੀ, ਔਰ ਅੰਗਰੇਜ਼ਾਂ ਤੋਂ ਮੁਲਕ ਨੂੰ ਆਜ਼ਾਦ ਕਰਿਆ। ਨੌਨ ਇੱਕ ਨਵਾਂ ਇੱਕ ਇੰਸਟਰੂਮੈਂਟ ਦਿੱਤਾ ਜਿਹੜਾ ਕਿੰਗ ਮਾਰਟਨ ਲੂਥਰ ਨੇ ਉਹਨੂੰ ਫੋਲੋ ਕੀਤਾ। ਹਾਂਜੀ, ਅੱਜ ਉਹ ਰੇਸ ਫਿਰ ਦੁਬਾਰਾ ਜਿਸ ਤਰ੍ਹਾਂ ਹਿੰਦੁਸਤਾਨ ਦੇ ਵਿੱਚ ਉਹੀ ਰਿਲੀਜੀਜ਼ਮ ਰੇਸਿਜ਼ਮ ਵਾਲਾ ਹਿਸਾਬ ਹੀ ਹੋ ਗਿਆ, ਉਹ ਆ ਰਿਹਾ, ਇਸੇ ਤਰ੍ਹਾਂ ਅਮਰੀਕਾ ਵਿੱਚ ਵੀ ਦੁਬਾਰਾ ਉਹ ਜਿਹੜੇ ਬਲੈਕ ਲੋਕਾਂ ਦੇ ਨਾਲ ਧੱਕਾ ਹੋ ਰਿਹਾ ਜਾਂ ਧੱਕਾ ਹੋ ਰਿਹਾ, ਔਰ ਲੋਕਾਂ ਨੂੰ ਜਿਹੜੇ ਇਮੋਸ਼ਨ ਜਿਹੜੀ ਖਤਮ ਕੀਤਾ ਗਿਆ ਸੀ, ਜੇ ਚੀਜ਼ਾਂ ਨੂੰ ਖਤਮ ਕੀਤਾ ਕਰ ਦਿੱਤਾ ਗਿਆ ਸੀ ਮੋਸਟਲੀ, ਉਹ ਜੌਨ ਕੈਨੇਡੀ, ਐਫ ਕੈਨੇਡੀ ਵਗੈਰਾ, ਔਰ ਓਬਾਮਾ ਜਿਹੜਾ ਪ੍ਰੈਜ਼ੀਡੈਂਟ ਬਣੇ, ਲੇਕਿਨ ਇਹ ਦੁਬਾਰਾ ਉੱਭਰ ਕੇ ਆ ਰਹੀ ਚੀਜ਼ ਫਿਰ। ਜੇ ਅਮਰੀਕਾ ਵਰਗੇ ਮੁਲਕ 'ਚ ਇਹ ਚੀਜ਼ ਉੱਭਰ ਕੇ ਆ ਜਾਏਗੀ, ਤਾਂ ਮੈਂ ਸਵਾਲ ਕਰਕੇ ਸਵਾਲ ਕੀਤਾ, ਤੇ ਫਿਰ ਦੂਜੀ ਦੁਨੀਆ ਦਾ ਕੀ ਬਣੇਗੀ? ਅਮਰੀਕਾ ਦੂਜਿਆਂ ਲੋਕਾਂ ਨੂੰ ਕੀ ਇੰਸਟਰਕਸ਼ਨ ਦੇ ਸਕਦੇ ਇਹਦੇ ਬਾਰੇ? ਨਹੀਂ, ਦੇਖੋ ਇਹ ਦੋ ਇਸ਼ੂਜ਼ ਹੈ ਜਿਹੜੇ ਮੈਂ ਇਹਦੇ ਬਾਰੇ ਰੇਜ਼ ਕਰਨਾ ਚਾਹੁੰਦਾ। ਤੁਸੀਂ ਠੀਕ ਗੱਲ ਕੀਤੀ ਹੈ ਕਿ ਉੱਥੇ ਜਿੱਦਾਂ ਹੁਣ ਇੱਕ ਬਲੈਕ ਲੋਕਾਂ ਦੇ ਨਾਲ ਪੁਲਿਸ ਵੱਲੋਂ ਤਸ਼ੱਦਦ ਕੀਤਾ ਜਾ ਰਿਹਾ, ਉਹਨਾਂ ਤੇ ਧੱਕਾ ਕੀਤਾ ਜਾ ਰਿਹਾ, ਉਸ ਤੋਂ ਇਹ ਸਾਫ਼ ਹੈਗਾ ਕਿ ਜਿਹੜੀ ਉੱਥੇ ਦੀ ਕਾਬਿਜ਼ ਸਰਕਾਰ ਹੈ ਉਹ ਇਹਦੇ ਬਾਰੇ ਕੋਈ ਵੀ ਧਿਆਨ ਨਹੀਂ ਦੇ ਰਹੀ, ਬੌਦਰ ਨਹੀਂ ਕਰਦੀ, ਇਸ ਬਾਰੇ ਬੌਦਰ ਨਹੀਂ ਕਰ ਰਹੀ। ਔਰ ਜਿਹੜੀ ਡਿਸਕਸ਼ਨ ਹੋਈ ਹੈ ਉਹਦੇ ਵਿੱਚ ਇਸ ਗੱਲ ਨੂੰ ਇੱਕ ਪ੍ਰੋਮੀਨੈਂਟਲੀ ਡਿਸਕਸ ਕੀਤਾ ਗਿਆ, ਔਰ ਕਿਹਾ ਗਿਆ ਵੀ ਜਿਹੜੇ ਵਾਈਟ ਸੁਪਰੀਮਿਸਟ ਹੈਗੇ ਆ, ਤੁਸੀਂ ਉਹਨਾਂ ਦੀ ਟਰੰਪ ਦੇ ਉੱਤੇ ਇੱਕ ਦੋਸ਼ ਲਾਇਆ ਗਿਆ ਕਿ ਜਿਹੜੇ ਵਾਈਟ ਸੁਪਰੀਮਿਸਟ ਹੈ ਉਹਨਾਂ ਦੀ ਤੁਸੀਂ ਸਪੋਰਟ ਕਰਦੇ ਹੋ, ਯੂ ਨੋ, ਔਰ ਜਿਹੜੇ ਬਲੈਕ ਲੋਕ ਹੈਗੇ ਆ ਉਹਨਾਂ ਦੇ ਜਿਹੜਾ ਅਤਿਆਚਾਰ ਹੈਗਾ ਉਹ ਲਗਾਤਾਰ ਪੁਲਿਸ ਵੱਲੋਂ ਕੀਤਾ ਜਾ ਰਿਹਾ। ਠੀਕ ਹੈ ਸ਼ਰਮਾ ਜੀ, ਇਹਦੇ ਨਾਲ ਇੱਕ ਬੜੀ ਇੰਪੋਰਟੈਂਟ ਚੀਜ਼ ਹੈ ਜਿਹੜੀ ਕਿ ਭਾਰਤੀ ਹੋਣ ਦੇ ਨਾਤੇ ਆਪਾਂ ਨੂੰ ਬਹੁਤ ਕੰਸਰਨ ਕਰਦੀ ਹੈ। ਉਹ ਪਹਿਲੀ ਚੀਜ਼ ਹੈਗੀ ਕਿ ਡੋਨਲਡ ਟਰੰਪ ਨੇ ਡਿਸਕਸ਼ਨ ਦੌਰਾਨ ਇਹ ਗੱਲ ਕਹਿ ਮਾਰੀ ਕਿ ਇੰਡੀਆ, ਰਸ਼ੀਆ ਤੇ ਚਾਈਨਾ ਉਹ ਆਪਣੀਆਂ ਜਿਹੜੀਆਂ ਕੋਵਿਡ ਦੇ ਸੰਬੰਧੀ ਜਿਹੜੇ ਅੰਕੜੇ ਹੈਗੇ ਆ, ਜਿਹੜੀ ਅੰਕੜੇ ਹੈਗੇ ਆ, ਉਹ ਸਹੀ ਨਹੀਂ ਦਿੰਦੇ ਔਰ ਲੁਕਾਉਂਦੇ ਆ। ਔਰ ਇਹ ਗੱਲ ਮੈਨੂੰ ਨਹੀਂ ਲੱਗਦਾ ਕਿ ਇਸ ਮੰਚ ਦੇ ਉੱਤੇ ਹੋਣੀ ਚਾਹੀਦੀ ਸੀ, ਕਿਉਂਕਿ ਇਹ ਜਿਹੜਾ ਮਸਲਾ ਹੈਗਾ, ਦੇਖੋ ਹਰ ਸਰਕਾਰਾਂ ਭਾਵੇਂ ਜਿੱਥੇ ਮਰਜ਼ੀ ਹੋਣ ਉਹ ਆਪਣੀ ਪ੍ਰੋਟੈਕਸ਼ਨ ਲਈ ਕੁਛ ਨਾ ਕੁਛ ਤਾਂ ਕਰਦੀਆਂ, ਪਰ ਡਿਸਕਸ਼ਨ ਦੇ ਵਿੱਚ ਇਸ ਇਸ਼ੂ ਨੂੰ ਲੈ ਕੇ ਗੱਲ ਕਰਨੀ ਇਹ ਥੋੜੀ ਜੀ ਮੰਦਭਾਗੀ ਸੀ। ਮਤਲਬ ਇੰਡੀਅਨ ਗਵਰਨਮੈਂਟ ਦੀ ਕ੍ਰੈਡੀਬਿਲਿਟੀ ਉਹਨੂੰ ਚੈਲੰਜ ਕੀਤੀ। ਯੈਸ, ਜਦ ਕਿ ਬੜੇ ਮੋਦੀ ਸਾਹਿਬ ਬੜੇ ਭਰਦੇ ਨੇ ਭੌਕੇ ਵੀ ਇਹ ਮੇਰਾ ਦੋਸਤ ਹੈ, ਬੜਾ ਅੱਛਾ ਦੋਸਤ ਹੈ। ਹੁਣ ਦੂਜੀ ਗੱਲ ਜਿਹੜੀ ਕਿ ਫੇਰ ਬੜੀ ਮੰਦਭਾਗੀ ਹੈ, ਉਹ ਚਾਈਨਾ, ਇੰਡੀਆ ਤੇ ਰਸ਼ੀਆ ਬਾਰੇ ਕੀਤੀ ਗਈ।
ਉਹ ਇਹ ਕਿਹਾ ਗਿਆ ਕਿ ਇਹ ਤਿੰਨੇ ਕੰਟਰੀ ਜਿਹੜੇ ਹੈਗੇ ਆ ਸਭ ਤੋਂ ਵੱਡਾ ਦੁਨੀਆ ਦਾ ਪੋਲੂਸ਼ਨ ਦਾ ਸੋਰਸ ਹੈ। ਚਾਈਨਾ, ਫਿਰ ਰਸ਼ੀਆ, ਫਿਰ ਇੰਡੀਆ। ਜਦ ਕਿ ਡਾਟਾ ਸ਼ੋਅ ਕਰਦੇ ਨੇ ਵੀ ਅਮਰੀਕਾ ਸਭ ਤੋਂ ਜ਼ਿਆਦਾ ਪੋਲੂਸ਼ਨ ਹੈ। ਸੋ ਜਦੋਂ ਆਪਾਂ ਇਹ ਗੱਲਾਂ ਸੁਣਦੇ ਆ ਤਾਂ ਸਾਨੂੰ ਇਹ ਲੱਗਦਾ ਕਿ ਇਸ ਤਰ੍ਹਾਂ ਦੀ ਡਿਸਕਸ਼ਨ ਵੀ ਫਿਰ ਮੰਦਭਾਗੀ ਹੈ। ਜੇ ਆਪਾਂ ਇੰਡੀਆ ਦੇ ਐਂਗਲ ਤੋਂ ਗੱਲ ਕਰੀਏ ਫਿਰ ਵੀ ਮੰਦਭਾਗੀ ਹੈ, ਕਿਉਂਕਿ ਇਹਦਾ ਕੋਈ ਡਾਟਾ ਨਹੀਂ ਹੈ, ਇਹਦੇ ਵਿੱਚ ਕੋਈ ਵੀ ਚੀਜ਼ ਤੁਸੀਂ ਸਾਬਤ ਨਹੀਂ ਕਰ ਸਕਦੇ। ਹਾਲਾਂਕਿ ਡੋਨਲਡ ਟਰੰਪ ਬਾਰ-ਬਾਰ ਇਹ ਕਹਿੰਦਾ ਕਿ ਦੇਖੋ ਜੀ, ਮੈਨੂੰ ਜਿਹੜੀ ਮੀਡੀਆ ਦੇ ਵਿੱਚ ਜਿਹੜੀ ਫੇਕ ਨਿਊਜ਼ ਹੈ ਉਹਨੇ ਮੈਨੂੰ ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ, ਕਿਉਂਕਿ ਫੇਕ ਨਿਊਜ਼ ਜਿਹੜੀ ਹੈਗੀ ਉਹ ਸੱਚ ਨਹੀਂ ਦੱਸਦੀ। ਹਾਲਾਂਕਿ ਬਾਈਡਨ ਜਿਹੜਾ ਹੈਗਾ ਬਾਰ-ਬਾਰ ਉਹਨਾਂ ਤੇ ਇਹੀ ਅਟੈਕ ਕਰ ਰਿਹਾ ਵੀ ਤੁਸੀਂ ਪਿਊਟਨ ਦੇ ਪੱਪੀ ਹੋ, ਠੀਕ ਹੈ, ਉਹਦੇ ਸਿਰ ਦੇ ਉੱਤੇ ਤੁਸੀਂ ਇਲੈਕਸ਼ਨ ਜਿੱਤੀ ਹੈ ਔਰ ਅੱਜ ਵੀ ਉਹਦੀ ਬੋਲੀ ਬੋਲਦੇ ਹੈਗੇ ਹੋ। ਪਰ ਉਹਨਾਂ ਨੇ ਇਹ ਨਹੀਂ ਕਿਹਾ ਹੈਗਾ ਕਿ ਜਿਹੜੀ ਨਿਊਜ਼ ਦਿੱਤੀ ਜਾਂਦੀ ਹੈ ਉਹ ਫੇਕ ਹੈ, ਕਿਉਂਕਿ ਆਫਟਰ ਆਲ ਡੈਮੋਕ੍ਰੇਸੀ ਦਾ ਜਿਹੜਾ ਚੌਥਾ ਪਿਲਰ ਹੈ ਉਹ ਪ੍ਰੈਸ ਹੀ ਹੈ। ਤੇ ਪ੍ਰੈਸ ਨੂੰ ਇਸ ਤਰੀਕੇ ਨਾਲ ਨੰਗੇ ਚਿੱਟੇ ਕਰਕੇ ਕਹਿਣਾ ਕਿ ਸਾਰੀ ਜਿਹੜੀ ਫੇਕ ਨਿਊਜ਼ ਹੈ ਮੇਰੇ ਖਿਲਾਫ ਦਿੱਤੀ ਜਾਂਦੀ ਹੈਗੀ ਹੈ, ਇਹ ਵੀ ਕੋਈ ਗੱਲ ਜਿਹੜੀ ਹੈ ਅੱਛੇ ਟੇਸਟ ਵਿੱਚ ਲੋਕਾਂ ਵੱਲੋਂ ਨਹੀਂ ਲਈ ਗਈ। ਤੁਹਾਨੂੰ ਯਾਦ ਕਰਾਉਣਾ ਮੈਂ ਵੀ ਆਪਾਂ ਪਹਿਲਾਂ ਦੋ ਤਿੰਨ ਸਾਲ ਡਿਸਕਸ਼ਨ ਦੇ ਵਿੱਚ ਇਹ ਚੀਜ਼ ਪੁਆਇੰਟ 'ਚ ਚੱਕ ਚੁੱਕੇ ਹਾਂ। ਹਾਂਜੀ ਹਾਂਜੀ, ਵੀ ਜਿੱਦਾਂ ਟਰੰਪ ਨੇ ਇਹ ਐਲੀਗੇਸ਼ਨ ਲਗਾਈ ਜਾਂ ਉਹਨੇ ਬਾਈਡਨ ਨੇ ਕੀਤੀ ਹੈ ਹਾਂਜੀ ਵੀ ਜਿਹੜੀ ਇਹ ਮਤਲਬ ਰੋਂਗ ਇਨਫੋਰਮੇਸ਼ਨ ਦੇ ਰਹੇ ਨੇ। ਔਰ ਆਪਾਂ ਸਵਾਲ ਕੀਤਾ ਸੀ ਵੀ ਇਹ ਅਮਰੀਕਾ ਜਿਹੜਾ ਆ ਇਹ ਥੱਲੇ ਜਾ ਰਿਹਾ, ਚਾਹੇ ਕਿਉਂਕਿ ਯੂਐਨਓ ਜਿਹੜੀ ਵੀਟੋ ਪਾਵਰ ਯੂਜ਼ ਹੁੰਦੀ ਆ ਜਾਂ ਰਸ਼ੀਆ ਵੀਟੋ ਪਾਵਰ ਯੂਜ਼ ਕਰ ਰਿਹਾ, ਪਹਿਲਾਂ ਸਭ ਤੋਂ ਜ਼ਿਆਦਾ ਅਮਰੀਕਾ ਯੂਜ਼ ਕਰਦਾ ਹੁੰਦਾ ਸੀ। ਬਿਲਕੁਲ ਠੀਕ। ਇਹਦਾ ਮਤਲਬ ਅਮਰੀਕਾ ਦਾ ਜਿਹੜਾ ਢਾਂਚਾ ਆ ਉਹ ਹਿੱਲਿਆ ਪਿਆ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਇਸੇ ਕਰਕੇ ਹੀ ਉਹ ਆਪਣੀ ਖਲੜੀ ਨੂੰ ਬਚਾਉਣ ਵਾਸਤੇ ਰਸ਼ੀਆ ਦੇ ਜਾਂ ਇੰਡੀਆ, ਕਿਉਂਕਿ ਇੰਡੀਆ ਵੀ ਥੋੜੀ ਬਹੁਤ ਤਰੱਕੀ ਕਰ ਰਿਹਾ ਨਾ ਆ ਉਹਨਾਂ ਦਾ ਹੋ ਰਿਹਾ ਵੀ ਇਕਨੋਮੀ ਨੂੰ ਗਰੋਥ ਸ਼ਾਇਦ ਕਰ ਜਾਏਗੀ, ਫੋਰਥ ਇਕਨੋਮੀ ਸਾਰੇ ਵਰਲਡ ਸ਼ਾਇਦ ਆ ਜਾਏਗੀ, ਤੇ ਉਹਦਾ ਵੀ ਨਾਂ ਆ ਰਿਹਾ, ਚਾਈਨਾ ਦਾ ਵੀ ਤੇ ਆ ਹੀ ਰਿਹਾ ਸੈਕਿੰਡ ਨੰਬਰ ਤੇ। ਇਸ ਕਰਕੇ ਹੋ ਸਕਦਾ ਮੈਂ ਇਹ ਵੀ ਤੇ ਕਾਰਨ ਹੋ ਸਕਦਾ। ਨਹੀਂ ਸ਼ਰਮਾ ਜੀ, ਇੱਕ ਇਹਦੇ ਨਾਲ ਹੋਰ ਬੜੀ ਇੰਟਰਸਟਿੰਗ ਗੱਲ ਹੋਈ, ਉਹ ਹੋਈ ਪੋਸਟਲ ਬੈਲਟਸ ਦੇ ਬਾਰੇ, ਕਿਉਂਕਿ ਅੱਜ ਕੱਲ੍ਹ ਇੱਕ ਨਵਾਂ ਸਿਸਟਮ ਚੱਲ ਪਿਆ, ਪਹਿਲਾਂ ਤੋਂ ਵੀ ਵੈਸੇ ਚੱਲਿਆ ਆ ਰਿਹਾ ਅਮਰੀਕਾ ਦੇ ਵਿੱਚ, ਕਿ ਜਿਹੜੇ ਮਿਲਟਰੀ ਦੇ ਵਿੱਚ ਸਰਵਿਸ ਕਰਦੇ ਜਾਂ ਡਿਫੈਂਸ ਸਰਵਿਸ ਕਰਦੇ ਆ ਉਹ ਪੋਸਟਲ ਬੈਲਟਸ ਦੁਆਰਾ ਹੀ ਇਲੈਕਸ਼ਨ 'ਚ ਪਾਰਟਿਸਿਪੇਟ ਕਰਦੇ ਆ। ਠੀਕ ਹੈ, ਇੰਡੀਆ 'ਚ ਹੁਣ ਇਹਨਾਂ ਨੇ ਕਰਤਾ ਕਿ ਕਿਉਂਕਿ ਕੋਵਿਡ ਕਰਕੇ ਪਹਿਲਾਂ ਵੀ ਲੋਕ ਜਿਹੜੇ ਹੈਗੇ ਆ ਸਾਰੇ ਐਕਟਿਵਲੀ ਨਹੀਂ ਸੀ ਆਉਂਦੇ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਜਿਹੜਾ ਇਲੈਕਟ ਕੀਤਾ ਗਿਆ, ਪਰ ਹੁਣ ਵਾਧਾ ਹੋਣ ਦੇ ਚਾਂਸਸ ਇਸ ਕਰਕੇ ਹੈ ਕਿਉਂਕਿ ਕੋਵਿਡ ਕਰਕੇ ਹਰ ਬੰਦਾ ਡਰਦਾ। ਪਰੰਤੂ ਇਹਦੇ ਰਿਸਪੌਂਸ ਦੇ ਵਿੱਚ ਜਿਹੜਾ ਹੈ ਟਰੰਪ ਵੱਲੋਂ ਇਹ ਕਹਿਣਾ ਕਿ ਦੇਖੋ ਜੀ, ਜੇ ਐਦਾਂ ਹੋਏਗਾ ਤਾਂ ਇਹ ਤਾਂ ਬਹੁਤ ਵੱਡਾ ਫਰਾਡ ਹੋਏਗਾ। ਉਸ ਗੱਲ ਨੂੰ ਫਰਾਡ ਕਹਿਣਾ ਔਰ ਜਿਹੜਾ ਇੱਕ ਬੜਾ ਡਿਜ਼ਾਸਟਰ ਹੋਏਗਾ, ਫਰਾਡ ਹੋਏਗਾ, ਇਸ ਤਰ੍ਹਾਂ ਦੇ ਵਰਡ ਪੋਸਟਲ ਬੈਲਟ ਵੋਟਿੰਗ ਸਿਸਟਮ ਦੇ ਬਾਰੇ ਕਮੈਂਟ ਕਰਨਾ, ਇਹ ਵੀ ਕੋਈ ਚੰਗੇ ਸਪਿਰਿਟ ਦੇ ਵਿੱਚ, ਚੰਗੇ ਟੇਸਟ ਵਿੱਚ ਲੋਕਾਂ ਤੋਂ ਨਹੀਂ ਲਏ ਗਏ, ਕਿਉਂਕਿ ਜਾਂ ਤਾਂ ਹੈ ਨਾ ਕਿ ਅਸੀਂ ਕੋਈ ਨਵੀਂ ਚੀਜ਼ ਸ਼ੁਰੂ ਕਰਦੇ ਹਾਂ। ਹਾਲਾਂਕਿ ਇਹਦੇ ਨਾਲ ਇੱਕ ਹੋਰ ਬੜਾ ਇੰਟਰਸਟਿੰਗ ਆਸਪੈਕਟ ਹੈਗਾ। ਦੇਖੋ ਬੈਲਟ ਪੇਪਰਸ ਜਾਂ ਜਿਹੜੀ ਬੈਲਟ ਵੋਟਸ ਹੈਗੀਆਂ ਉਹਨਾਂ ਦਾ ਟਾਈਮ ਅੱਗੇ ਪਿੱਛੇ ਹੋ ਸਕਦਾ। ਕਿਉਂ ਹੋ ਸਕਦਾ? ਕਈ ਵਾਰ ਕਿਸੇ ਦੀ ਵੋਟ ਲੇਟ ਹੋ ਗਈ, ਕਿਸੇ ਨੇ ਲੇਟ ਪਾਈ, ਕਿਸੇ ਨੂੰ ਕਾਊਂਟ ਕਰਨ, ਦੇਖੋ ਇੱਕੋ ਦਿਨ ਤਾਂ ਤੁਸੀਂ ਕਾਊਂਟ ਨਹੀਂ ਕਰ ਸਕਦੇ, ਉਹਨਾਂ ਨੂੰ ਟਾਈਮ ਵੀ ਲੱਗੇਗਾ। ਇਸ ਕਰਕੇ ਇਹ ਕਿਹਾ ਜਾ ਰਿਹਾ ਹੈਗਾ ਕਿ ਇਹਨਾਂ ਵਿੱਚੋਂ ਕੋਈ ਵੀ ਧਿਰ, ਭਾਵੇਂ ਬਾਈਡਨ ਹੈ ਤੇ ਭਾਵੇਂ ਟਰੰਪ ਹੈ, ਉਹ ਆਪਣਾ ਪੇਸ਼ੈਂਸ ਨਾ ਲੂਜ਼ ਕਰੇ ਔਰ ਆਪਣੇ ਆਪ ਨੂੰ ਵਿਕਟੋਰੀਅਸ ਨਾ ਡਿਕਲੇਅਰ ਕਰ ਦੇ ਜਦੋਂ ਕਿ ਅਜੇ ਵੋਟਾਂ ਜਿਹੜੀਆਂ ਬੈਲਟ ਹੈਗੀਆਂ, ਜਿਹੜੀਆਂ ਤੁਹਾਡੀਆਂ ਪੋਸਟਲ ਵੋਟਸ ਹੈਗੀਆਂ, ਉਹਨਾਂ ਦੀ ਅਜੇ ਕਾਊਂਟਿੰਗ ਨਹੀਂ ਹੋਈ। ਸੋ ਬਾਰ-ਬਾਰ ਜਿਹੜਾ ਕ੍ਰਿਸ ਵਾਲਿਸ ਸੀ, ਹਾਲਾਂਕਿ ਉਹਦੀ ਆਈ ਡੋਂਟ ਨੋ ਉਹਦੀ ਕਿੰਨੀ ਕੁ ਕਨਸਟੀਟਿਊਸ਼ਨਲੀ ਕੋਈ ਵੈਲਿਡਿਟੀ ਸੀ ਜਾਂ ਉਹਦੀ ਕੋਈ ਜਿਹੜੀ ਉਹਦੀ ਪੋਜੀਸ਼ਨ ਸੀ, ਪਰ ਉਹਨੂੰ ਬਾਰ-ਬਾਰ ਇਹ ਕਹਿਣਾ ਪੈ ਰਿਹਾ ਸੀ ਵੀ ਆਰ ਯੂ ਵਿਲਿੰਗ ਟੂ ਐਕਸੈਪਟ, ਆਰ ਯੂ ਵਿਲਿੰਗ ਟੂ ਵੇਟ ਜਦੋਂ ਤੱਕ ਕਿ ਪੂਰੀ ਕਾਊਂਟਿੰਗ ਹੋ ਜੇ ਔਰ ਫਿਰ ਜਿਹੜਾ ਹੈਗੇ ਆਪਣੀ ਜਿਹੜੀ ਡੈਕਲੇਰੇਸ਼ਨ ਜਿਹੜੀ ਹੈ ਉਹ ਕੀਤੀ ਜਾਏ, ਅਨਾਉਂਸਮੈਂਟ ਕੀਤੀ ਜਾਏ ਕਿ ਮੈਂ ਜਿੱਤ ਗਿਆ ਜਾਂ ਨਹੀਂ ਜਿੱਤ ਗਿਆ। ਇਹ ਹੁਣ ਇੱਕ ਪੇਸ਼ੈਂਸ ਦਾ ਟੈਸਟ ਹੈ ਪ੍ਰੈਜ਼ੀਡੈਂਟ ਜਿਹੜੀ ਇਲੈਕਸ਼ਨ ਦੇ ਲਈ, ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਲਈ ਅਮਰੀਕਾ 'ਚ, ਕਿ ਜਦੋਂ ਵੋਟਾਂ ਦੀ ਅਜੇ ਕਾਊਂਟਿੰਗ ਨਹੀਂ ਹੋਈ ਤਾਂ ਕੀ ਜਿਹੜਾ ਦੋ ਪ੍ਰੈਜ਼ੀਡੈਂਟ ਦੇ ਜਿਹੜੇ ਕੈਂਡੀਡੇਟਸ ਹੈਗੇ ਆ, ਜਿਹੜੇ ਰੇਸ ਹੈਗੇ ਆ, ਕੀ ਉਹ ਇੰਨਾ ਕੁ ਪੇਸ਼ੈਂਸ ਰੱਖਦੇ ਆ ਕਿ ਵੇਟ ਕਰਨ ਕਿ ਜਿਹੜੀਆਂ ਵੋਟਾਂ ਹੈਗੀਆਂ ਉਹ ਪੂਰੀ ਤਰ੍ਹਾਂ ਉਹਨਾਂ ਦੀ ਗਿਣਤੀ ਹੋ ਜਾਏ। ਇਹਦਾ ਮਤਲਬ ਇਹ ਹੋਇਆ ਨਾ ਵੀ ਅਮਰੀਕਾ ਵਰਗਾ ਐਡਵਾਂਸ ਕੰਟਰੀ, ਉੱਥੋਂ ਦੀ ਟੈਕਨੋਲੋਜੀ ਤੇ ਵੀ ਡਾਊਟ ਕੀਤਾ ਜਾ ਰਿਹਾ ਤੇ ਦੂਸਰੇ ਮੁਲਕਾਂ ਦੀ ਡੈਮੋਕ੍ਰੇਸੀ ਦੀ ਜਿਹੜੀ ਮਸ਼ੀਨਰੀ ਹੈ, ਇਲੈਕਸ਼ਨ ਮਸ਼ੀਨਰੀ ਹੈ, ਉਹਦਾ ਕੀ ਹਾਲ ਹੋਏਗਾ? ਨਹੀਂ ਦੇਖ ਲਓ ਪਿੱਛੇ ਜਿਹੜੀ ਇਲੈਕਸ਼ਨ ਹੋਈ ਹੈ ਜਿਹਦੇ ਵਿੱਚ ਡੋਨਲਡ ਟਰੰਪ ਜਿਹੜੇ ਹੈਗੇ ਆ ਉਹ ਜਿੱਤ ਕੇ ਆਏ ਆ, ਉਹਦੇ ਵਿੱਚ ਉਹ ਸ਼ੰਕਾ ਪੂਰੀ ਹੈਗੀ ਹੈ ਕਿ ਉਹਨਾਂ ਨੇ ਜਿਹੜਾ ਰਸ਼ੀਅਨ ਪ੍ਰੈਜ਼ੀਡੈਂਟ ਆ ਉਹਦੀ ਮਦਦ ਨਾਲ ਜਿਹੜੀ ਹੈ ਇਲੈਕਸ਼ਨ ਨੂੰ ਰਿਗ ਕੀਤਾ। ਮਾਫ ਕੀਤਾ ਉਹਨੂੰ, ਬੰਦੇ ਨੂੰ ਮਾਫ ਕੀਤੀ। ਹਾਂਜੀ ਉਹ ਪਿੱਛੇ ਜਦੋਂ ਇਹ ਗਏ ਆ ਫਿਨਲੈਂਡ, ਉਹਦੇ ਵਿੱਚ ਇਹਨਾਂ ਨੇ ਸਾਫ਼ ਕਹਿਤਾ ਕਿ ਮੇਰਾ ਅੱਜ ਹੁਣ ਆਪਾਂ ਆਉਣੇ ਆ ਕੋਈ ਨਹੀਂ, ਇਹ ਵੱਡੇ ਕੰਟਰੀ ਇਹਨਾਂ ਨਾਲ ਜੇ ਅਗਰ ਉਹਦੇ ਜਿਹੜੇ ਵੱਡਾ ਪ੍ਰਮਾਣ ਹੋ ਜੇ
ਤੇ ਡਿੱਗਾ ਚੰਗਾ ਲੱਗਦਾ, ਡਿੱਗਣੇ ਤੇ ਫੇਰ ਹੀ ਦੁਨੀਆ ਨੂੰ ਵੀ ਹੋਸ਼ ਆਊਗੀ, ਕਿਉਂਕਿ ਡਿਪੈਂਡ ਦੁਨੀਆ ਬਹੁਤ ਇਹਨਾਂ ਤੇ ਹੋ ਗਈ ਸੀ। ਹੁਣ ਆਪਾਂ ਆਉਣੇ ਇੰਡੀਆ ਵੱਲ। ਇੰਡੀਆ 'ਚ ਆਪਣੇ ਇੰਦਰਦੀਪ ਜੀ, ਪੰਜਾਬ ਦੀ ਜਿਹੜੀ ਕਿਸਾਨ ਮੁਹਿੰਮ ਚੱਲ ਰਹੀ ਹੈ, ਖੇਤੀਬਾੜੀ ਜਿਹੜੇ ਬਿੱਲ ਆਏ ਸੀ ਉਹ ਤੇ ਪਾਸ ਹੋ ਗਏ, ਰਾਸ਼ਟਰਪਤੀ ਨੇ ਸਾਈਨ ਵੀ ਕਰਦੇ, ਕਾਨੂੰਨ ਬਣ ਗਿਆ। ਹਾਂਜੀ, ਹੁਣ ਅਜੇ ਕਿਸਾਨ ਅਜੇ ਵਿਜੇਦੇ ਆ। ਹਾਂਜੀ, ਔਰ ਅਕਾਲੀ ਦਲ ਬੜਾ ਤਾਵਲਾ ਹੈ, ਬੜਾ ਇਹ ਵੇਲੇ ਵੀ ਬੜਾ ਲੋਕਾਂ ਦਾ ਤੈਸ਼ੀ ਬਣਿਆ ਫਿਰਦਾ, ਪਤਾ ਨਹੀਂ ਕੀ ਬਣ, ਮੈਂ ਉਹ ਬਾਅਦ 'ਚ ਗੱਲ ਕਰਾਂਗੇ। ਪਰ ਹੁਣ ਜੇ ਬਿੱਲ ਬਣਨ ਦੇ ਬਾਵਜੂਦ ਵੀ ਕੋਈ ਐਸੀ ਉਮੀਦ ਹੈਗੀ ਹੈ ਵੀ ਜਿਹੜੇ ਜ਼ਿਮੀਂਦਾਰਾਂ ਦੇ ਉੱਤੇ ਦੇ ਰਾਈਟਸ ਨੂੰ ਪ੍ਰੋਟੈਕਟ ਕੀਤਾ ਜਾ ਸਕੇ? ਜਿੱਦਾਂ ਪ੍ਰਧਾਨ ਮੰਤਰੀ ਆਸ਼ਾ ਸਕੀਮ ਸੀ ਇੱਕ ਇਹਨਾਂ ਦੀ, ਉਹਦੇ ਵਿੱਚ ਜਾਂ ਸੁਪਰੀਮ ਕੋਰਟ ਕੋਈ ਇੰਟਰਫੇਅਰ ਕਰ ਸਕਦਾ, ਜਾਂ ਇਹਦੀ ਰੀਵਿਜ਼ਿਟ ਕੀਤੀ ਜਾ ਸਕਦੀ ਕਾਨੂੰਨੀ ਤੌਰ 'ਤੇ ਫੈਡਰਲ ਸਟਰਕਚਰ ਦੇ ਵਿੱਚ? ਕਿਉਂਕਿ ਇਹਨਾਂ ਨੇ ਕੋਸ਼ਿਸ਼ ਤਾਂ ਕੀਤੀ ਹੈ ਵੀ ਫੈਡਰਲ ਸਟਰਕਚਰ ਦੇ ਵਿੱਚ ਜਿਨ੍ਹਾਂ ਨੇ ਸਟੇਟਾਂ ਦਾ ਰਾਈਟ ਸੀ ਐਗਰੀਕਲਚਰ, ਉਹਦੇ ਵਿੱਚ ਇਹਨਾਂ ਨੇ ਇੰਡਸਟਰੀਅਲ ਰੂਪ ਦਿੱਤਾ ਗਿਆ ਇਹਨੂੰ, ਇਹਦੇ ਕਿਸਾਨ ਬਿੱਲ ਨੂੰ, ਵੀ ਪ੍ਰੋਡਕਸ਼ਨ ਨੂੰ ਇੱਕ ਇੰਡਸਟਰੀਅਲ ਰੂਪ ਦਾ ਲੈ ਜਾ ਕੇ ਸੁਪਰੀਮ ਕੋਰਟ ਨੇ ਇਹਨੂੰ ਕਿਹਾ ਸੀ ਕਿ ਨਹੀਂ ਇਸ ਤਰ੍ਹਾਂ ਨਹੀਂ ਕਰ ਸਕਦੇ। ਪਹਿਲਾਂ ਵੀ ਕਿਹਾ ਇੱਕ ਸੀਡ ਜਿਹੜਾ ਬਣੇ ਇਹਨਾਂ ਨੇ ਬੀਜੇ ਸੀ ਉਦੋਂ, ਤੇ ਉਹਦੇ ਬਾਰੇ ਜਿਹੜੀ ਇੱਕ ਸਕੀਮ ਆਈ ਸੀ ਆਸ਼ਾ ਸਕੀਮ, ਇਹਨਾਂ ਦੀ 2018 ਦੇ ਵਿੱਚ ਮੇਰਾ ਖਿਆਲ ਆਈ ਸੀ ਨਾ, ਕੁਝ ਇਹਨਾਂ ਨੇ ਫੰਡ ਵੀ ਅਲਾਟ ਕੀਤੇ ਸੀ ਗੌਰਮੈਂਟ ਨੇ ਰੀਚੇਂਜ ਕਰਨ ਵਾਸਤੇ ਫਸਲਾਂ ਦਾ। ਉਹਦੇ ਬਾਰੇ ਤੁਹਾਨੂੰ ਕੋਈ ਨੌਲੇਜ ਹੋਵੇ ਤਾਂ ਦੱਸੋ ਤੁਸੀਂ। ਦੇਖੋ ਸ਼ਰਮਾ, ਜਿਹੜੀ ਦੋ ਚੀਜ਼ਾਂ ਹੈਗੀਆਂ ਜੀ। ਇੱਕ ਤਾਂ ਹੈਗਾ ਕਿ ਜਦੋਂ ਕੋਈ ਪਾਰਲੀਮੈਂਟ ਕੋਈ ਵੀ ਕਾਨੂੰਨ ਬਣਾ ਦਿੰਦੀ ਆ, ਉਹਦੀ ਜਿਹੜੀ ਕਨਸਟੀਟਿਊਸ਼ਨੈਲਿਟੀ ਜਿਹੜੀ ਚੈੱਕ ਕਰਨੀ ਹੋਏ ਜਾਂ ਉਹਦਾ ਦੇਖਣਾ ਹੋਏ ਕਿ ਵੀ ਉਹ ਪਾਰਲੀਮੈਂਟ ਨੇ ਉਸ ਨੂੰ ਕਨਸਟੀਟਿਊਸ਼ਨ ਦੇ ਮੁਤਾਬਕ ਸਹੀ ਕਾਨੂੰਨ ਬਣਾਇਆ ਕਿ ਨਹੀਂ ਬਣਾਇਆ, ਉਸ ਨੂੰ ਤੁਸੀਂ ਸੁਪਰੀਮ ਕੋਰਟ 'ਚ ਹੀ ਚੈਲੰਜ ਕਰ ਸਕਦੇ ਹੋ। ਉਹ ਦੋ ਮੁੱਦਾ ਹੈਗੀਆਂ ਜਿਹਦੇ ਬੇਸ ਤੇ ਤੁਸੀਂ ਚੈਲੰਜ ਕਰ ਸਕਦੇ ਹੋ। ਪਹਿਲਾ ਤਾਂ ਹੈਗਾ ਵੀ ਕੀ ਜਿਹੜੀ 7th ਜਿਹੜੀ ਸ਼ਡਿਊਲ ਹੈ ਉਹਦੇ ਵਿੱਚ, ਜਿਹਦੇ ਵਿੱਚ ਸਟੇਟਾਂ ਦੀਆਂ ਤੇ ਜਿਹੜੀ ਸੈਂਟਰਲ ਗਵਰਨਮੈਂਟ ਦੀਆਂ ਜਿਹੜੀਆਂ ਪਾਵਰਾਂ ਹੈਗੀਆਂ ਉਹ ਅੱਡ ਕੀਤੀਆਂ ਹੋਈਆਂ, ਕਿ ਉਹਦੀ ਕੋਈ ਵਾਇਲੇਸ਼ਨ ਤਾਂ ਨਹੀਂ? ਇਹ ਤਾਂ ਨਹੀਂ ਕਿ ਸੈਂਟਰਲ ਗਵਰਨਮੈਂਟ ਨੇ ਜਿਹੜੀ ਯੂਨੀਅਨ ਲਿਸਟ ਆ ਉਹਨੂੰ ਛੱਡ ਕੇ ਸਟੇਟ ਲਿਸਟ ਦੇ ਵਿੱਚ ਵੀ ਕੋਈ ਐਸਾ ਕਾਨੂੰਨ ਬਣਾਤਾ? ਦੂਜਾ ਮੁੱਦਾ ਹੁੰਦਾ ਹੈ ਕਿ ਕੀ ਜਿਹੜੇ ਤੁਹਾਡੇ ਫੰਡਾਮੈਂਟਲ ਰਾਈਟਸ ਹੈ ਇਹਦੀ ਕੋਈ ਵਾਇਲੇਸ਼ਨ ਤਾਂ ਨਹੀਂ ਹੋ ਰਹੀ? ਠੀਕ ਹੈ, ਇਹ ਦੋ ਮੁੱਦੇ ਹੈਗੇ ਜਿਹਦੇ 'ਚ ਕਿ ਤੁਸੀਂ ਇੰਟਰਫੇਅਰ ਕਰ ਸਕਦੇ ਹੋ। ਹੁਣ ਕਿਉਂਕਿ ਇਹ ਜਿਹੜਾ ਮਸਲਾ ਹੈਗਾ ਕਿਸਾਨਾਂ ਵੱਲੋਂ ਔਰ ਪੋਲੀਟੀਕਲ ਪਾਰਟੀਆਂ ਵੱਲੋਂ ਲਿਆ ਗਿਆ ਹੈਗਾ, ਔਰ ਵਿੱਚ ਜਿੱਦਾਂ ਹੁਣ ਪਿੱਛੇ ਜੇ CM ਪੰਜਾਬ ਵੱਲੋਂ ਇਹ ਕਿਹਾ ਗਿਆ ਸੀ ਕਿ ਅਸੀਂ ਇਸ ਮੁੱਦੇ ਨੂੰ ਕੋਰਟਾਂ ਦੇ ਵਿੱਚ ਚੈਲੰਜ ਕਰਾਂਗੇ, ਅਸੈਂਬਲੀ 'ਚ ਵੀ ਕਰਾਂਗੇ ਤੇ ਕੋਰਟਾਂ ਅਸੈਂਬਲੀ 'ਚ ਵੀ ਕਰਾਂਗੇ, ਕੋਰਟਾਂ 'ਚ ਵੀ ਚੈਲੰਜ ਕਰਾਂਗੇ। ਔਰ ਕਿਹਾ ਗਿਆ ਸੀ ਕਿ ਅਸੀਂ ਆਪਣੀ ਟੀਮ ਦੀ ਵੇਟ ਕਰ ਰਹੇ ਹਾਂ, ਵਾਂਸ ਦੇ ਕਮ ਬੈਕ ਅਸੀਂ ਇਸ ਮਸਲੇ ਨੂੰ ਥੋਰਲੀ ਡਿਸਕਸ ਕਰਾਂਗੇ, ਇਹਦੀ ਇਹ ਐਸਪੈਕਟ ਦੇਖਾਂਗੇ, ਇਹਦਾ ਲੀਗਲ ਐਸਪੈਕਟ ਕੀ ਹੈ। ਕਿਸਾਨ ਯੂਨੀਅਨ ਮਿਲੀਆਂ ਵੀ ਨੇ, ਉਹਦੇ ਬੇਸ ਦੇ ਉੱਤੇ ਅਸੀਂ ਜਿਹੜਾ ਹੈਗਾ ਸੁਪਰੀਮ ਕੋਰਟ 'ਚ ਜਾ ਕੇ ਇਸ ਨੂੰ ਚੈਲੰਜ ਕਰਾਂਗੇ। ਠੀਕ ਹੈ, ਹੁਣ ਆ ਗਈ ਗੱਲ ਕਿ ਬੇਸਿਕਲੀ ਜੋ ਕੁਝ ਸਾਰੀਆਂ ਗੱਲਾਂ, ਭਾਵੇਂ ਉਹ ਆਪੋਜੀਸ਼ਨ ਪਾਰਟੀਆਂ ਹੈਗੀਆਂ, ਭਾਵੇਂ ਕਿਸਾਨਾਂ ਦੀ ਯੂਨੀਅਨ ਹੈਗੀਆਂ, ਜੇ ਅਸੀਂ ਉਹਨਾਂ ਨੂੰ ਡਿਟੇਲ ਦੇ ਵਿੱਚ ਗੰਭੀਰ ਰੂਪ ਵਿੱਚ ਸਟੱਡੀ ਕਰਦੇ ਹਾਂ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਇਹ ਜਿਹੜੀਆਂ ਦੋਵੇਂ ਤਰ੍ਹਾਂ ਹੈਗੀਆਂ ਉਹਨਾਂ ਦੀ ਜਿਹੜੀ ਮੁੱਢੋਂ ਮੰਗ ਹੈਗੀ ਹੈ ਉਹ ਕਿਸੇ ਨਾ ਕਿਸੇ ਤਰੀਕੇ ਨਾਲ MSP ਲਿੰਕ ਉਹਦੇ ਨਾਲ ਦੇ ਨਾਲ ਜੁੜੀ ਹੋਈ ਹੈ, ਮਾਰਕੀਟਿੰਗ ਸਿਸਟਮ ਤੇ MSP। ਹੁਣ ਇਹ ਹੈ ਕਿ ਜੇ ਆਪਾਂ ਦੇਖੀਏ ਕਿ ਜਿਹੜੇ 3 ਪਹਿਲਾਂ ਆਰਡੀਨੈਂਸ ਆਏ, ਫਿਰ ਉਹਨਾਂ ਦੇ ਬਿੱਲ ਬਣੇ, ਫਿਰ ਉਹਨਾਂ ਨੂੰ ਲਾਅ ਬਣਾ ਦਿੱਤਾ ਗਿਆ, ਉਹਦੇ ਐਕਟ ਬਣ ਗਏ, ਪ੍ਰੈਜ਼ੀਡੈਂਟ ਸਾਹਿਬ ਵੱਲੋਂ ਉਸ ਨੂੰ ਅਪਰੂਵ ਕਰ ਦਿੱਤਾ ਗਿਆ। ਹੁਣ ਜੇ ਆਪਾਂ ਉਹਦੇ ਵਿੱਚ ਦੇਖਦੇ ਹਾਂ ਤਾਂ ਅਨਫੋਰਚੂਨੇਟਲੀ ਉਹਦੇ ਵਿੱਚ ਕਿਤੇ ਵੀ MSP ਦਾ ਜ਼ਿਕਰ ਨਹੀਂ। ਹਾਲਾਂਕਿ ਜਿਹੜੇ ਆਪਣੇ ਪ੍ਰਾਈਮ ਮਿਨਿਸਟਰ ਹੈ ਉਹਨਾਂ ਵੱਲੋਂ ਉਸੇ ਵੇਲੇ ਹੀ ਅਸ਼ੋਰੈਂਸ ਦਿੱਤੀ ਗਈ ਕਿ MSP ਜਿਹੜੀ ਆ ਨਹੀਂ ਖਤਮ ਹੋਏਗੀ। ਠੀਕ ਹੈ, ਪਰ ਲੋਕਾਂ ਦਾ ਜਿਹੜਾ ਝੁਕਾਅ ਹੈਗਾ, ਜਿਹੜਾ ਫੋਕਸ ਹੈ ਇਸ ਵੇਲੇ ਵੀ, ਉਹ ਹੈਗਾ MSP ਤੇ। ਹੁਣ ਜਦੋਂ ਤੁਸੀਂ ਪੁਰਾਣਾ ਇਹਨਾਂ ਵੱਲੋਂ ਜਿਹੜੇ ਸਕੀਮਾਂ ਕੱਢੀਆਂ ਹੋਈਆਂ ਜਾਂ ਜਿਹੜੇ ਲਾਜ਼ ਬਣਾਏ ਹੋਏ ਆ ਸੈਂਟਰਲ ਗਵਰਨਮੈਂਟ ਵੱਲੋਂ, ਜੇ ਤੁਸੀਂ ਉਹਨੂੰ ਰੀਵਿਜ਼ਿਟ ਕਰਦੇ ਹੋ ਤਾਂ ਉਹਦੇ ਵਿੱਚ ਇੱਕ ਸਕੀਮ ਦਾ ਵਰਣਨ ਆਉਂਦਾ ਹੈਗਾ 2018 ਜਿਹੜਾ ਆਇਆ ਸੀ, ਜਿਹੜਾ ਕਿ 2018 ਦੇ ਵਿੱਚ ਇਹਨਾਂ ਨੂੰ ਲਾਗੂ ਕੀਤਾ ਗਿਆ ਸੀ। ਉਹ ਹੈਗੀ ਹੈ PM ਆਸ਼ਾ। ਇਹਦਾ ਮੱਦਾ ਹੈਗਾ ਪ੍ਰਧਾਨ ਮੰਤਰੀ ਅੰਨਦਾਤਾ ਆਇਆ ਸੰਰਕਸ਼ਣ ਅਭਿਆਨ। ਪ੍ਰਧਾਨ ਮੰਤਰੀ ਅੰਨਦਾਤਾ ਆਮਦਨ ਸੁਰੱਖਿਆ, ਹਾਂਜੀ, ਵੀ ਆਮਦਨ ਦੀ ਕਿੱਦਾਂ ਤੁਸੀਂ ਸੰਰਕਸ਼ਣ ਕਰ ਸਕਦੇ ਹੋ। ਇਹਦਾ ਬੇਸਿਕ ਪਰਪਸ ਇਹ ਸੀ ਕਿ ਕਿਸ ਤਰੀਕੇ ਨਾਲ ਜਿਹੜੇ ਜ਼ਿਮੀਂਦਾਰ ਹੈਗੇ ਆ ਉਹਨਾਂ ਨੂੰ ਜਿਹੜੀਆਂ ਰਵਾਇਤੀ ਫਸਲਾਂ ਹੈਗੀਆਂ ਉਹਨਾਂ ਤੋਂ ਹਟਾ ਕੇ ਆਇਲ ਸੀਡਸ ਜਾਂ ਪਲਸਿਸ ਵੱਲ ਲੈ ਕੇ ਆਂਦਾ ਜਾਏ।
ਤਾਂ ਕਿ ਉਹਨਾਂ ਨੂੰ, ਜਿਸ ਕਰਕੇ ਉਹ ਇਸ ਗੱਲ ਨੂੰ ਸਟਿਕ ਕਰਦੇ ਹੈਗੇ ਆ ਇਹਨਾਂ ਦੋ ਰਵਾਇਤੀ ਫਸਲਾਂ ਨੂੰ, ਕਣਕ ਤੇ ਝੋਨੇ ਨੂੰ, ਉਹ ਹੈਗਾ MSP। ਵੀ ਅਸੀਂ ਇਸ ਤਰੀਕੇ ਨਾਲ ਕੋਈ ਸਿਸਟਮ ਇਵੋਲਵ ਕਰੀਏ ਜਿਹਦੇ ਵਿੱਚ ਕਿ ਜਿਹੜਾ ਜ਼ਿਮੀਂਦਾਰ ਹੈਗਾ ਉਸ ਨੂੰ ਜਿਹੜੀ MSP ਹੈ, ਜਿਹੜਾ ਘੱਟੋ ਘੱਟ ਸਮਰਥਨ ਮੁੱਲ ਹੈਗਾ, ਉਹ ਆਇਲ ਸੀਡਸ ਔਰ ਪਲਸਸ ਦੇ ਵਿੱਚ ਮਿਲ ਸਕੇ। ਠੀਕ ਹੈ। ਇਸ ਸੰਬੰਧ ਦੇ ਵਿੱਚ, ਕਿਉਂਕਿ ਜਦੋਂ ਆਪਾਂ ਇਹ ਗੱਲ ਕਰਦੇ ਹਾਂ ਪਲਸਸ ਦੇ ਵਿੱਚ, ਇੱਕ ਮੈਂ ਨਾਲ ਹੋਰ ਗੱਲ ਜ਼ਰੂਰ ਐਡ ਕਰਾਂਗਾ ਕਿ ਪਲਸਸ ਔਰ ਜਿਹੜੇ ਤੁਹਾਡੇ ਆਇਲ ਸੀਡਸ ਹੈ, ਖਾਸ ਕਰਕੇ ਆਇਲ ਸੀਡਸ ਦੇ ਵਿੱਚ ਜਿਹੜੀ 70% ਜਿਹੜੀ ਆਪਣੀ ਜਿਹੜੀ ਹੈਗੀ ਆ, ਜਿਹੜੀ ਖਪਤ ਹੈਗੀ ਆ, ਉਹ ਅਸੀਂ ਬਾਹਰਲੇ ਦੇਸ਼ਾਂ ਤੋਂ ਲਿਆ ਕੇ ਪੂਰੀ ਕਰਦੇ ਹਾਂ, ਇੰਪੋਰਟ ਕਰਦੇ ਹਾਂ। ਇਹਦੇ ਕਰਕੇ ਜਿਹੜਾ ਇੰਪੋਰਟ ਕਰਨ ਕਰਕੇ ਸਾਡੀ ਬਹੁਤ ਸਾਰੇ ਜਿਹੜੇ ਪੈਸੇ ਹੈਗੇ ਆ ਉਹ ਬਾਹਰ ਚਲੇ ਜਾਂਦੇ ਆ। ਸੋ ਸਰਕਾਰ ਵੱਲੋਂ ਇਹ ਬੜਾ ਅੱਛਾ ਸਟੈਪ ਲਿਆ ਗਿਆ ਸੀ ਕਿ ਜੇ ਅਸੀਂ MSP ਉਸ ਦੇ ਉੱਤੇ ਦੇ ਦਿੰਦੇ ਆ, ਪ੍ਰਚਾਰ ਬੜਾ ਕੀਤਾ ਸੀ, ਤੇ ਲੋਕਾਂ ਦੇ ਕੋਲ ਇਸ ਚੀਜ਼ ਦਾ ਇੱਕ ਤੋੜ ਹੋਏਗਾ ਵੀ ਜੇ ਅਸੀਂ ਕਣਕ ਤੇ ਪੈਡੀ ਨੂੰ ਛੱਡ ਕੇ, ਜਿਹੜੀ ਰਵਾਇਤੀ ਫਸਲਾਂ ਹੈ ਇਹਨੂੰ ਛੱਡ ਕੇ ਜੇ ਆਇਲ ਸੀਡਸ ਦੇ ਵਿੱਚ ਫੋਕਸ ਕਰਦੇ ਆ ਤਾਂ ਘੱਟੋ ਘੱਟ ਸਾਨੂੰ ਪੈਸੇ ਮਿਲ ਜਾਣਗੇ। ਬਿਲਕੁਲ ਠੀਕ। ਇਹਦੇ ਥੱਲੇ ਸ਼ਰਮਾ ਜੀ ਇਹਨਾਂ ਨੇ 3 ਜਿਹੜੀਆਂ ਹੈਗੀਆਂ ਸਕੀਮਾਂ ਕੱਢੀਆਂ ਸੀ। ਇੱਕ ਤਾਂ ਸੀ ਪ੍ਰਾਈਸ ਸਪੋਰਟ ਸਕੀਮ PPS, ਦੂਜੀ ਸੀ ਪ੍ਰਾਈਸ ਡੈਫੀਸ਼ੀਐਂਸੀ ਪੇਮੈਂਟ ਸਕੀਮ, ਤੀਜੀ ਹੈ ਪ੍ਰਾਈਵੇਟ ਪ੍ਰੋਕਿਉਰਮੈਂਟ ਐਂਡ ਸਟਾਕਿਸਟ ਸਕੀਮ। ਸ਼ਰਮਾ ਜੀ ਜਿਹੜੀ ਪਹਿਲੀ ਸਕੀਮ ਹੈਗੀ ਆ ਉਹ ਹੈਗੀ ਹੈ ਪ੍ਰਾਈਸ ਸਪੋਰਟਸ ਸਕੀਮ। ਇਹ ਬੇਸਿਕਲੀ ਮਦਦ ਕਰਨੀ, ਇਹ ਬੇਸਿਕਲੀ ਉਹੀ ਸਕੀਮ ਹੈ ਜਿਹੜੀ ਕਿ ਇਸ ਵੇਲੇ ਪੰਜਾਬ ਔਰ ਹਰਿਆਣਾ ਜਾਂ ਵੈਸਟਰਨ ਯੂਪੀ ਵਿੱਚ ਚੱਲ ਰਹੀ ਹੈ, ਜਿਹਦੇ ਥੱਲੇ ਆਪਾਂ MSP ਆਪਰੇਸ਼ਨਸ ਕਰਦੇ ਆ। ਇਹ ਪਿਛਲੇ 3 ਦਹਾਕਿਆਂ ਤੋਂ ਆਰਾਮ ਨਾਲ ਚੱਲ ਰਹੀ ਹੈ। ਇਹ ਉਹ ਸਕੀਮ ਹੈ। ਹੁਣ ਜਿਹੜੀ ਗੱਲ ਇਹਦੇ ਵਿੱਚ, ਇਹਦੇ ਸੰਦਰਭ ਦੇ ਵਿੱਚ ਬੜੀ ਇੰਪੋਰਟੈਂਟ ਹੈਗੀ ਆ, ਉਹ ਹੈਗੀ ਆ ਪ੍ਰਾਈਸ ਡੈਫੀਸ਼ੀਐਂਸੀ ਪੇਮੈਂਟ ਸਕੀਮ। ਇਹਦੇ ਵਿੱਚ ਕੀ ਹੈ ਕਿ ਜਿਹੜੇ ਫਾਰਮਰਸ ਹੈਗੇ ਆ ਉਹਨਾਂ ਨੂੰ, ਫੋਰ ਐਗਜ਼ਾਮਪਲ ਇੱਕ ਫਾਰਮਰ ਹੈ, ਆਪਾਂ ਇਹਨੂੰ ਬ੍ਰੇਕ ਕਰਕੇ ਦੱਸਦੇ ਆ, ਇੱਕ ਫਾਰਮਰ ਹੈ, ਉਹਨੂੰ ਪਤਾ ਹੈ ਕਿ ਅੱਜ ਉਹਦੀ ਜਿਹੜਾ ਜਿੰਸ ਦੀ MSP ਜਿਹੜੀ ਅਨਾਉਂਸ ਕੀਤੀ ਗਈ ਹੈ ਉਹ 1700 ਰੁਪਏ ਹੈਗੀ ਹੈ ਪਰ ਕੁਇੰਟਲ। ਹੁਣ ਜਦੋਂ ਉਹ ਮਾਰਕੀਟ 'ਚ ਜਾਂਦਾ ਤਾਂ ਜਿਹੜੇ ਉੱਥੋਂ ਦੇ ਵਪਾਰੀ ਆ ਉਹ ਉਸ ਨੂੰ 200 ਰੁਪਏ ਘੱਟ ਤੇ ਖਰੀਦ ਲੈਂਦੇ ਆ, ਜਿੱਦਾਂ ਖਰੀਦਿਆ ਜਾ ਰਿਹਾ MP ਦੇ ਵਿੱਚ। ਕਿਉਂਕਿ ਆਪਾਂ ਨੂੰ ਪਤਾ ਹੈਗਾ ਕਿ ਸਿਰਫ 6% ਹੀ MSP ਦੇ ਥੱਲੇ ਖਰੀਦ ਹੋ ਰਹੀ ਹੈ, ਬਾਕੀ 94% ਜਿਹੜੀ ਹੈ ਉਸ ਤੋਂ ਬਿਨਾਂ ਹੋ ਰਹੀ ਹੈ। ਨਾ ਤਾਂ ਆਪਣੇ ਕੋਲ ਮੰਡੀਆਂ ਦਾ ਸਟਰਕਚਰ ਹੈਗਾ, ਠੀਕ ਹੈ, ਕਿਉਂਕਿ ਆਪਾਂ ਨੂੰ 42000 ਮੰਡੀਆਂ ਚਾਹੀਦੀਆਂ, ਸਿਰਫ 7000 ਮੰਡੀਆਂ ਹੈਗੀਆਂ, ਠੀਕ ਹੈ ਜੀ। ਹੁਣ ਇਹਦੇ ਵਿੱਚ ਆਪਾਂ ਲੈਟਸ ਕਮਿੰਗ ਬੈਕ ਟੂ ਦ ਸਕੀਮ। ਹੁਣ ਇਹਦੇ ਵਿੱਚ ਕੀ ਹੈ ਕਿ ਜੇ ਉਸ ਬੰਦੇ ਨੇ 1700 MSP ਦੇ ਖਿਲਾਫ ਉਹਨੂੰ 1500 ਰੁਪਏ ਦਿੱਤੇ ਆ, ਠੀਕ ਹੈ, ਤਾਂ ਸਰਕਾਰ ਉਹਦੇ ਕੋਲੋਂ ਖਰੀਦ ਨਹੀਂ ਕਰੇਗੀ। ਖਰੀਦ ਤਾਂ ਉਹੀ ਵਪਾਰੀ ਕਰੇਗਾ ਜਿਹੜਾ ਕਿ ਮੰਡੀ 'ਚ ਆ ਕੇ ਖਰੀਦ ਕਰ ਰਿਹਾ, ਪਰੰਤੂ ਜਿਹੜਾ ਉਹਦਾ ਫਰਕ ਹੈਗਾ, ਡਿਫਰੈਂਸ ਹੈਗਾ ਬਿਟਵੀਨ ਦਾ MSP ਐਂਡ ਦਾ ਪ੍ਰਾਈਸ ਐਟ ਵਿਚ ਹੀ ਹੈਜ਼ ਸੋਲਡ ਦਾ ਪ੍ਰੋਡਿਊਸ, ਜਿਸ ਰੇਟ ਤੇ ਵੇਚੀ ਹੈ, ਉਹਦਾ 200 ਰੁਪਏ ਜਿਹੜਾ ਫਰਕ ਹੈਗਾ ਉਹ ਸਰਕਾਰ ਵੱਲੋਂ ਦੇਗੀ। ਹਾਲਾਂਕਿ ਸਰਕਾਰ ਨੇ ਉਹਨੂੰ ਖਰੀਦਣਾ ਨਹੀਂ, ਸਰਕਾਰ ਨੇ ਉਹਨੂੰ ਲੈ ਕੇ ਨਹੀਂ ਕਿਤੇ ਜਾਣਾ, ਸਰਕਾਰ ਨੇ ਉਹਦੀ ਖਰੀਦ ਦਾ ਕੋਈ ਪ੍ਰਬੰਧ ਨਹੀਂ ਕਰਨਾ। ਇਹ ਸਾਰਾ ਕੁਝ ਜਿਹੜਾ ਹੈਗਾ ਪ੍ਰਾਈਵੇਟ ਵਪਾਰੀ ਕਰੇਗਾ। ਪਰ ਕਿਉਂਕਿ ਸਰਕਾਰ ਚਾਹੁੰਦੀ ਹੈ ਕਿ ਜਿੱਦਾਂ ਹੁਣ ਸਰਕਾਰ ਕੋਲ ਬਫਰਸ ਬਹੁਤ ਹੈ, ਠੀਕ ਹੈ, ਸਰਕਾਰ ਚਾਹੁੰਦੀ ਹੈ ਵੀ ਆਪਾਂ ਇਹੋ ਜਿਹੇ ਇੱਕ ਸਰਕਮਸਟੈਂਸਸ, ਇਹੋ ਜਿਹੇ ਹਾਲਾਤ ਬਣਾਈਏ ਜਿਹਦੇ ਵਿੱਚ ਜਿਹੜੇ ਬਫਰਸ ਹੈ ਉਹ ਘਟਣ। ਕਿਉਂਕਿ ਸਾਡੇ ਕੋਲ ਇਸ ਵੇਲੇ 300 ਗੁਣਾ ਜਿਹੜੇ ਮਤਲਬ 300 ਟਾਈਮਸ ਜਿਹੜੇ 300% ਜਿਹੜੇ ਸਟਾਕਸ ਹੈਗੇ ਆ ਉਹ ਸਾਡੇ ਕੋਲ ਹੈਗੇ ਆ। ਸੋ ਸਰਕਾਰ ਕਹਿੰਦੀ ਹੈ ਵੀ ਜਿਹੜੇ ਬਫਰਸ ਆ ਘਟਣ, ਔਰ ਉਹਦੇ ਲਈ ਮੈਨੂੰ ਲੱਗਦਾ ਕਿ ਇਹ ਜਿਹੜੀ ਸਕੀਮ ਹੈਗੀ ਹੈ, ਜੇ ਅਸੀਂ, ਹਾਲਾਂਕਿ ਇਹ ਜਿਹੜੀ ਸਕੀਮ ਹੈ ਆਇਲ ਸੀਡਸ ਤੇ ਪਲਸਸ ਦੇ ਲਈ ਹੈਗੀ ਹੈ, ਜੇ ਸਰਕਾਰ ਚਾਹੇ ਤਾਂ ਇਸ ਸਕੀਮ ਨੂੰ ਡਾਈਵਰਸੀਫਾਈ ਕਰਕੇ, ਠੀਕ ਹੈ, ਇਹ ਲਿਆ ਸਕਦੀ ਹੈ, ਤਾਂ ਕਿ ਜਿੱਦਾਂ ਹੁਣ ਦੇਖੋ ਜ਼ਿਮੀਂਦਾਰ ਜਿਹੜਾ ਪੰਜਾਬ 'ਚ ਹੈ ਉਹ ਕਿਉਂ ਕੁੱਲਾ ਰਿਹਾ, ਉਹ ਕਹਿੰਦਾ ਕਿ ਦੇਖੋ ਜੇ ਮੈਨੂੰ ਤੁਸੀਂ MSP ਦੇ ਉੱਤੇ ਦੇ ਦਿੰਦੇ ਹੋ ਮੈਨੂੰ ਕੋਈ ਇਸ਼ੂ ਨਹੀਂ, ਠੀਕ ਹੈ। ਸੋ ਜੇ ਇਸ ਸਕੀਮ ਦੇ ਵਿੱਚ ਦੇਖੋ ਸਰਕਾਰ ਕਹਿੰਦੀ ਹੈ ਕਿ ਜੀ ਸਾਡੇ ਕੋਲ ਗੋਦਾਮ ਨਹੀਂ ਹੈ, ਸਾਡੇ ਕੋਲ ਪਹਿਲੇ ਸਟਾਕਸ ਪਏ ਆ, ਸਾਨੂੰ ਇਹ ਨਹੀਂ ਪਤਾ ਲੱਗਦਾ ਉਹਨਾਂ ਦਾ ਅਸੀਂ ਕੀ ਕਰ ਸਕਦੇ ਹਾਂ। ਜੇ ਸਰਕਾਰ ਇਹ ਇਨਸ਼ੋਰ ਕਰ ਦਿੰਦੀ ਹੈ, ਦੇਖੋ ਮੰਡੀ ਸਿਸਟਮ ਆਲਰੇਡੀ ਪੰਜਾਬ ਹਰਿਆਣੇ 'ਚ ਹੈਗਾ, ਜੇ ਉਹ ਮੰਡੀਆਂ ਦੇ ਵਿੱਚ ਇਹ ਇਨਸ਼ੋਰ ਕਰ ਦਿੰਦੀ ਹੈ ਕਿ ਅਸੀਂ ਮੈਨੂੰ ਦੁਬਾਰਾ ਪੜ੍ਹ ਦੇਣਾ, ਪ੍ਰਾਈਸ ਡੈਫੀਸ਼ੀਐਂਸੀ ਪੇਮੈਂਟ ਸਕੀਮ ਲਾਗੂ ਕਰ ਦਿੰਦੇ ਆ ਔਨ ਪੈਡੀ ਤੇ ਕਣਕ, ਠੀਕ ਹੈ, ਤਾਂ ਮੇਰਾ ਖਿਆਲ ਹੈ ਕਿ ਜਿਹੜੇ ਆਪਣੇ ਪੰਜਾਬ ਦੇ ਜ਼ਿਮੀਂਦਾਰ ਹੈ ਉਹਨਾਂ ਦੀ ਜਿਹੜੀ ਮੇਜਰ ਡਿਮਾਂਡ ਹੈਗੀ ਹੈ, ਹਾਲਾਂਕਿ ਸਰਕਾਰ ਨੂੰ ਵੀ ਇਹਦਾ ਫਾਇਦਾ ਕਿਉਂਕਿ ਸਰਕਾਰ ਨੇ ਖਰੀਦ ਕੋਈ ਨਹੀਂ ਕਰਨੀ, ਸਿਰਫ ਪੈਸੇ ਦਾ ਲੈਣ ਦੇਣ ਹੈ। ਬਾਕੀ ਅੱਗੇ 16-17 ਕਰੋੜ ਰੁਪਏ ਰੱਖੇ ਸੀ ਇਹਨਾਂ ਨੇ। ਬਾਕੀ ਇੱਕ ਹੋਰ ਸ਼ਰਮਾ ਜੀ, ਇੱਕ ਹੋਰ ਹੈ ਕਿ ਇਹਦੇ ਵਿੱਚ ਪੈਸਾ ਬਹੁਤ ਆਲਰੇਡੀ ਦੇ ਚੁੱਕੀ। ਦੇਖੋ ਇਹ ਸਕੀਮ ਥੱਲੇ 2018 ਦੇ ਵਿੱਚ ਇਹਨਾਂ ਨੇ ਤਕਰੀਬਨ 15,000 ਕਰੋੜ ਰੁਪਏ ਦਿੱਤਾ, ਉਹ ਤੋਂ ਬਾਅਦ ਇਹਨਾਂ ਨੇ 16,000 ਕਰੋੜ ਦੀ ਬੈਂਕ ਗਰੰਟੀ ਦਾ ਵੀ ਪ੍ਰੋਵੀਜ਼ਨ ਕਰਤਾ, ਠੀਕ ਹੈ,
ਕਿ ਵੀ ਜੇ ਕਿਤੇ ਕੋਈ ਏਜੰਸੀ ਖਰੀਦਦੇ ਹੋਏ ਉਹਨੂੰ ਕੋਈ ਨੁਕਸਾਨ ਹੁੰਦਾ ਹੈ, ਤਾਂ ਜਿਹੜੀ ਕੇਂਦਰੀ ਸਰਕਾਰ ਹੈਗੀ ਆ ਉਹ ਇਹਦੀ ਭਰਪਾਈ ਕਰੇਗੀ। ਸੋ ਕਹਿਣ ਦਾ ਮਤਲਬ ਵੀ ਜੇ ਜਿਹੜੀ ਗਵਰਨਮੈਂਟ ਆਫ ਇੰਡੀਆ ਹੈ ਇਹ ਮੰਨ ਲੈਂਦੀ ਹੈਗੀ ਹੈ ਕਿ ਅਸੀਂ ਜ਼ਿਮੀਂਦਾਰਾਂ ਨੂੰ ਇੱਕ ਲੀਗਲ ਰਾਈਟ ਦੇ ਤੌਰ ਤੇ MSP ਦਿੰਦੇ ਆ, ਲੀਗਲ ਰਾਈਟ ਦੇ ਤੌਰ ਤੇ, ਉਹੀ ਦੀ ਸਵਾਲ ਆ ਗਿਆ ਨਾ ਵੀ ਮੰਨਦੇ ਤੇ ਪਏ ਨੇ ਵੀ ਅਸੀਂ ਦਵਾਂਗੇ ਜੀ MSP ਜ਼ਬਾਨੀ ਜਿੱਦਾਂ ਪਹਿਲਾਂ ਵੀ MSP ਦਾ ਕੋਈ ਕਨਸਟੀਟਿਊਸ਼ਨਲ ਜਾਂ ਲੀਗਲ ਉਹਦਾ ਕੋਈ ਸਮਾਧਾਨ ਨਹੀਂ ਹੈਗਾ ਜਾਂ ਪ੍ਰਾਵਧਾਨ ਨਹੀਂ ਹੈਗਾ। ਲੇਕਿਨ ਅਗਰ ਜੱਟਾਂ ਦੀ ਤੇ ਉਹੀ ਮੰਗਿਆ ਪੰਜਾਬ ਦੇ ਦੀ ਇਹਨੂੰ ਤੁਸੀਂ ਲੀਗਲ ਕਰੋ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। MSP ਤੇ ਕਹਿੰਦੇ ਦਵਾਂਗੇ ਜੀ ਦਵਾਂਗੇ, ਇਹਨੂੰ ਲੀਗਲ ਕਰ ਦਿਓ। ਇੱਕ ਰਿਟਨ ਜਿਹੜੇ ਅਮੈਂਡਮੈਂਟ ਕਰਕੇ ਉਹਦੇ ਵਿੱਚ ਲਾਅ ਜਿਹੜਾ ਬਣਾਇਆ ਇਹਨਾਂ ਨੇ ਉਹਦੇ ਵਿੱਚ ਇਹ ਹੈ ਵੀ ਜਿਹੜੀ MSP ਇਹ ਮਿਲੇਗੀ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਇਹ ਗਵਰਨਮੈਂਟ ਦੀ ਗਰੰਟੀ, ਲੀਗਲੀ ਇੱਕ ਗਰੰਟੀ ਹੈ। ਬਿਲਕੁਲ ਠੀਕ ਹੈ। ਅਗਰ ਨਹੀਂ ਲੀਗਲੀ ਮਿਲਦੀ ਤੇ ਗਵਰਨਮੈਂਟ ਮਤਲਬ ਉਹਦੇ ਵਪਾਰੀ ਨੂੰ ਪਨਿਸ਼ਮੈਂਟ ਮਿਲੇਗੀ। ਜਾਂ ਜਿਹੜਾ ਤੁਹਾਨੂੰ ਦੱਸਿਆ ਵੀ ਡਿਫਰੈਂਸ ਹੈ ਗਵਰਨਮੈਂਟ ਜਿਹੜੀ ਹੈਗੀ ਪ੍ਰਾਈਡ ਸਪੋਰਟ ਹੈ ਨਾ ਕਿ ਜਿਹੜੀ ਹੈਗੀ ਹੈ ਜਿਹੜੀ ਹੁਣ ਨਵੀਂ ਸਕੀਮ ਦੀ ਗੱਲ ਕਰ ਰਹੇ ਪ੍ਰਾਈਸ ਡੈਫੀਸ਼ੀਐਂਸੀ ਪੇਮੈਂਟ ਪ੍ਰਾਈਡ ਡੈਫੀਸ਼ੀਐਂਸੀ ਸਕੀਮ ਜਿਹੜੀ ਇਹ ਹੈ, ਇਹ ਜਾਂ ਫਿਰ ਗਵਰਨਮੈਂਟ ਦਵੇ ਜ਼ਿਮੀਂਦਾਰ ਨੂੰ ਔਰ ਲੀਗਲੀ ਉਹਨੂੰ ਪ੍ਰੋਟੈਕਸ਼ਨ ਦੇ ਦੇ। ਰਿਟਰਨ ਦਾ ਮਤਲਬ ਪਾਰਲੀਮੈਂਟ ਚ ਕਾਨੂੰਨ, ਇਹ ਜ਼ਬਾਨੀ ਨਹੀਂ ਵੀ ਇੱਕ ਜ਼ਬਾਨੀ ਨਹੀਂ ਜੀ, ਕੋਈ ਆਰਡੀਨੈਂਸ ਕਰੇ, ਆਰਡੀਨੈਂਸ ਨੂੰ ਪਾਰਲੀਮੈਂਟ ਚ ਪਾਸ ਕਰੇ ਔਰ ਜ਼ਿਮੀਂਦਾਰ ਨੂੰ ਭਾਵੇਂ ਉਹਨਾਂ ਨਾਲ ਹੋਰ ਕੋਈ ਸੁਜੈਸ਼ਨ ਲੈਣੀ ਹੈ ਤਾਂ ਉਹਨਾਂ ਨੂੰ ਭਾਗ ਕੇ ਡਿਸਕਸ਼ਨ ਲਵੇ ਤੇ ਫਿਰ ਤੇ ਕੋਈ ਹੱਲ ਕੀਤਾ ਜਾ ਸਕਦਾ। ਤੇ ਮੈਂ ਇਹ ਉਮੀਦ ਕਰ ਸਕਦੇ ਹਾਂ ਵੀ ਇਹ ਏਡੀ ਸਰਮਾਏਦਾਰ ਸਰਕਾਰ ਆ, ਅਡਾਨੀਆਂ ਅਵਾਨੀਆਂ ਦੀ ਇੰਟਰਸਟ ਨੂੰ ਤੇ ਐਡਾ ਵੱਡਾ ਸਟੈਪ ਲੈ ਸਕਦੀ ਹੈ ਪ੍ਰਾਈਵੇਟ। ਦੇਖੋ ਜੇ ਸਰਕਾਰ ਸਲਾਹ ਦੇ ਸਕਦਾ ਇਹਨੂੰ, ਦੇਖੋ ਸਰਕਾਰ ਜੇ ਚਾਹੇ ਤਾਂ ਇਹ ਸੋਲੂਸ਼ਨ ਹੈ, ਐਡਾ ਵੱਡੀ ਅਮਾਉਂਟ ਵੀ ਨਹੀਂ ਹੈਗੀ ਔਰ ਇਹਦੇ ਵਿੱਚ ਕੋਈ ਬਹੁਤੀ ਵੱਡੀ ਅਮਾਉਂਟ ਵੀ ਨਹੀਂ ਹੈ। ਜੇ ਸਰਕਾਰ ਚਾਹੇ ਤਾਂ ਇਹ ਕਰ ਸਕਦੀ। ਦੇਖੋ MSP ਦਾ ਨਾ ਅਨਾਉਂਸ ਕਰਤੀ, ਹੁਣ ਤਾਂ ਇਹ ਕੋਈ ਸ਼ੱਕ ਨਹੀਂ ਹੈ ਕਿ MSP ਨਹੀਂ ਅਨਾਉਂਸ ਕੀਤੀ। ਠੀਕ ਹੈ ਜੀ। ਮੰਡੀਆਂ ਦਾ ਜਿਹੜਾ ਸਿਸਟਮ ਹੈ ਆਲਰੇਡੀ ਹੈਗਾ। ਜਿਹੜੀਆਂ ਮਾਰਕੀਟ ਕਮੇਟੀਆਂ ਆਲਰੇਡੀ ਆਪਾਂ ਉਹਨਾਂ ਨੂੰ ਜਿਹੜਾ ਹੈਗਾ ਖਤਮ ਨਹੀਂ ਕੀਤਾ, ਅਜੇ ਖਾਰਜ ਨਹੀਂ ਕੀਤਾ। ਤੇ ਫਿਰ ਪ੍ਰੋਬਲਮ ਕੀ ਹੈ? ਏਜੰਸੀਆਂ ਆਪਣੇ ਕੋਲ ਹੈਗੀਆਂ, ਪਨਸਪ ਹੈ, ਮਾਰਕਫੈਡ ਹੈ, ਵੇਅਰ ਹਾਊਸ ਹੈ, ਤੁਹਾਡੀ ਫੂਡ ਸਪਲਾਈ ਹੈ, FCI ਹੈ, ਇਹ ਏਜੰਸੀਆਂ ਆਰਾਮ ਨਾਲ ਖਰੀਦ ਕਰ ਸਕਦੀ। ਈਗੋ ਬਹੁਤੇ ਲੋਕਾਂ ਦੇ ਵੈਲਫੇਅਰ ਵਾਸਤੇ, ਕਿਉਂਕਿ 65% ਲੋਕ ਜਿਹੜੇ ਨੇ ਹਿੰਦੁਸਤਾਨ ਦੇ ਪਿੰਡਾਂ 'ਚ ਰਹਿੰਦੇ ਆ। ਬਿਲਕੁਲ ਠੀਕ ਹੈ। ਔਰ ਜਿਹੜੀ ਜਿੰਨੀ ਲੋਕਾਂ ਦੀ ਆਰਥਿਕਤਾ ਆ ਜਾਂ ਹਿੰਦੁਸਤਾਨ ਦੀ ਆਰਥਿਕਤਾ ਮੈਂ ਕਹਿ ਸਕਦਾ ਉਹ ਕਿਸਾਨੀ ਤੇ ਡਿਪੈਂਡਡ ਹੈ। ਬਿਲਕੁਲ ਠੀਕ ਹੈ। ਅਗਰ ਕਿਸਾਨੀ ਕੋ ਪੈਸਾ ਆਏਗਾ, ਕੰਜ਼ਿਊਮਰ ਉਹਦੇ ਵਧਣਗੇ, ਮਿਡਲ ਕਲਾਸ ਵਧੇਗੀ ਔਰ ਖਰਚਾ ਕਰਨਗੇ, ਮਾਰਕੀਟ ਉਹਦੀ ਇੰਡਸਟਰੀ 'ਚ ਪੈਸਾ ਜਾਏਗਾ, ਇੰਜੈਕਟ ਹੋਏਗਾ, ਇੰਡਸਟਰੀ ਤਰੱਕੀ ਕਰੇਗੀ, ਲੋਕਾਂ ਦੀ ਸਟੈਂਡਰਡ ਵੀ ਵਧੇਗਾ। ਪਰ ਇਹ ਨਾ ਸਮਝਿਆ ਜਾਏ ਵੀ ਇਹ ਕੋਈ ਗਲਤ ਕੋਈ ਜਿਹਨੂੰ ਕਹਦੇ ਕਿ ਬਲੈਕ ਮਨੀ। ਜਿੱਦਾਂ ਹੁਣ ਮੋਦੀ ਸਾਹਿਬ ਨੇ ਬੜੀ ਨਵਾਂ ਹੀ ਡਰਾਮਾ ਕਰਤਾ ਵੀ ਲਓ ਜੀ ਇਹ ਜੀ ਅਸੀਂ ਪਲੱਗ ਕੀਤਾ ਬਲੈਕ ਮਨੀ ਨੂੰ। ਪਹਿਲਾਂ ਤਾਂ ਤੁਸੀਂ ਪਲੱਗ ਕੀਤਾ ਉਦੋਂ ਉਹ ਤੇ ਤੁਹਾਡੇ ਕੋਈ ਕੰਟਰੋਲ ਨਹੀਂ ਹੋਇਆ। ਹੁਣ ਤੁਸੀਂ ਮਤਲਬ ਕਿਸਾਨ ਨੂੰ ਵੀ ਬਲੈਕ ਮਾਰਕੀਟਰ ਸਾਬਤ ਕਰਨ ਦਾ ਕੋਸ਼ਿਸ਼ ਕਰਦੇ। ਇੱਕ ਪਾਸੇ ਕਿਸਾਨ ਦੀ ਗੱਲ ਕਰਦੇ, ਇੱਕ ਪਾਸੇ ਇਹਦਾ ਤੁਸੀਂ ਕੀ ਦੱਸੋ, ਇਹਦਾ ਕੋਈ ਦੱਸੋ ਕੁਝ। ਦੇਖੋ ਜੀ ਇਹ ਤਾਂ ਆਈ ਡੋਨਟ ਨੋ ਵੀ ਉਹਨਾਂ ਨੇ ਕਿਸ ਕੰਟੈਕਸਟ ਦੇ ਵਿੱਚ ਇਹ ਗੱਲ ਕੀਤੀ ਹੈ, ਪਰ ਇਹ ਕਿਸੇ ਪਾਸਿਓਂ ਵੀ ਗੱਲ ਸਹੀ ਨਹੀਂ ਹੈ। ਇਨਸਲਟ ਹੈ, ਮਤਲਬ ਮੇਰੇ ਹਿਸਾਬ ਨਾਲ ਅੰਨਦਾਤਾ ਦੀ, ਹਿੰਦੁਸਤਾਨ ਦੇ ਅੰਨਦਾਤਾ ਦੀ ਇਨਸਲਟ ਹੈ। ਕਿਸੇ ਵੀ ਪਾਸਿਓਂ ਇਹਦਾ MSP ਲਾਗੂ ਕਰਨ ਨਾਲ ਬਲੈਕ ਮਨੀ ਦਾ ਆਪਸ ਚ ਕੋਈ ਸੰਬੰਧ ਨਹੀਂ ਹੈ। ਦੇਖੋ ਨਾ ਤੁਸੀਂ ਆਪ ਸੈਂਟਰਲ ਗਵਰਨਮੈਂਟ ਵੱਲੋਂ ਸਾਰੀਆਂ ਸਕੀਮਾਂ ਦਿੱਤੀਆਂ ਜਾਂਦੀਆਂ। ਸੈਂਟਰਲ ਗਵਰਨਮੈਂਟ ਜਿਹੜਾ ਹੈਗਾ ਅਨਾਜ ਇਕੱਠਾ ਕਰਕੇ PDS ਸਿਸਟਮ ਜਿਹੜਾ ਹੈਗਾ ਉਹਦੇ ਦੁਆਰਾ ਜਿਹੜੀ ਹੈ ਡਿਪੂਆਂ ਨੂੰ ਦਿੱਤਾ ਜਾਂਦਾ। ਸੋ ਇਹਦੇ ਵਿੱਚ ਕੱਲ ਨੂੰ ਕਹਿਣਾ ਕਿ ਜੀ ਦੇਖੋ ਅੱਜ ਜੇ ਤੁਹਾਡੇ ਬਫਰ ਜ਼ਿਆਦਾ ਹੈਗੇ ਆ, ਜੇ ਬਫਰ ਜ਼ਿਆਦਾ ਹੈਗੇ ਆ ਤਾਂ ਉਹਦਾ ਤਰੀਕਾ ਹੈਗਾ ਤੁਸੀਂ ਆਹ ਜਿਹੜੀ ਸਕੀਮਾਂ ਲਾਗੂ ਕਰ ਦਿਓ। ਤੁਸੀਂ ਖਰੀਦਣਾ ਕੁਛ ਨਹੀਂ, ਦੇਖੋ ਨਾ ਤੁਸੀਂ ਖਰੀਦਣਾ ਕੁਛ ਨਹੀਂ। ਜ਼ਿਮੀਦਾਰ ਜਿਹੜਾ ਹੈਗਾ ਔਖਾ ਇਹ ਹੱਲ ਹੋ ਸਕਦੀ ਹੈ ਇੱਕ ਚੀਜ਼ ਉੱਤੇ, ਜਿਸ ਤਰ੍ਹਾਂ ਅਕਾਲੀ ਦਲ ਬੜਾ ਹੈ ਸ਼ੋਰਮ ਜਾ ਰਿਹਾ ਤੇ ਬੜਾ ਜੀ ਮੈਂ ਸੈਕਰੀਫਾਈ ਕਰਤਾ, ਇਹ ਕਰਤਾ ਉਹ ਕਰਤਾ। ਅਗਰ ਮਤਲਬ ਬਾਦਲ ਸਾਹਿਬ ਭੁੱਖ ਹੜਤਾਲ ਰੱਖ ਦਿੰਦੇ, ਮੋਦੀ ਨੂੰ ਖੁੰਡਾ ਖੜਕਾਉਣ ਤੇ ਇੱਕ ਦਿਨ ਉਹਨਾਂ ਅਕਾਲੀਆਂ ਦੀ ਵੀ ਸੁਣੀ ਜਾਊਗੀ ਤੇ ਬਾਦਲ ਸਾਹਿਬ ਵੀ ਕੁਰਬਾਨੀ ਕਰਕੇ ਕਰ ਦੇਣਗੇ। ਇਸ ਕਰਕੇ ਟਾਈਮ ਹੋ ਗਿਆ ਤੇ ਇੱਥੇ ਹੀ ਅਸੀਂ ਆਪਣੇ ਵਿਚਾਰਾਂ ਨੂੰ ਬੰਦ ਕਰਦੇ ਹਾਂ। ਨਮਸਕਾਰ, ਸਤਿ ਸ਼੍ਰੀ ਅਕਾਲ ਤੇ ਆਪਣੀ ਸਿਹਤ ਦਾ ਧਿਆਨ ਰੱਖੋ। ਤੇ ਮੈਂ ਸਮਝਦਾ ਕਿ ਆਪਾਂ ਅਗਾਂਹ ਫਿਰ ਮਿਲਾਂਗੇ ਔਰ ਨਵੇਂ ਵਿਚਾਰ ਰੱਖਾਂਗੇ। ਅੱਜ ਕੁਝ ਗੱਲਾਂ ਰਹਿ ਗਈਆਂ, ਕੋਈ ਟਾਈਮ ਥੋੜਾ ਸੀ, ਇਸ ਕਰਕੇ ਨਮਸਕਾਰ, ਸਤਿ ਸ਼੍ਰੀ ਅਕਾਲ।